जुड़ना करांगे। गज के आखिए जी वाहिगुरु जी का खालसा वाहिगुरु जी की फतेह। सतनाम श्री वाहिगुरु साहिब जी। श्री राग महला तीजा। सतगुर सेवियै मन निर्मल भये पवित शरीर। मन आनंद सदा सुख पाया भेटिया गहर गंभीर। सच्ची संगत बैसना सच नाम मन तीर। मन रे सतगुर सेवन संग सतगुर सेविया हर मन बसै लगै न मैल पतंग। सतगुर सेविया हर मन वसै लगै न मैल पतंग। वाहिगुरु। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਹਾਨ ਨਿਤਾਣਿਆਂ ਦੇ ਤਾਣ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੇਜੋ ਨੰਦਨ ਤੀਸਰੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਰਾਗ ਸ੍ਰੀ ਰਾਗ ਦੇ ਪਵਿੱਤਰ ਅੰਗ 69 ਉੱਪਰ ਸੁਭਾਏਮਾਨ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਮਨ ਨਿਰਮਲ ਦੀ ਗੱਲ ਕਰਦੇ ਹੋ, ਇਸ ਮਨ ਨੂੰ ਪਵਿੱਤਰ ਕਿਵੇਂ ਕੀਤਾ ਜਾਵੇ, ਕਿਵੇਂ ਇਸ ਮਨ ਨੂੰ ਪਵਿੱਤਰ ਕਰਕੇ ਪਰਮੇਸ਼ਰ ਵਿੱਚ ਮਿਲਾਇਆ ਜਾਵੇ, ਸਾਨੂੰ ਬਖਸ਼ਿਸ਼ ਕਰੋ, ਕਿਰਪਾ ਕਰਕੇ ਦੱਸਣਾ ਕਰੋ ਜੀ। ਤਾਂ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਵਿੱਤਰ ਬਚਨ ਉਚਾਰਨ ਕੀਤੇ। ਸਤਿਗੁਰ ਸੇਵਿਆ ਮਨ ਨਿਰਮਲਾ ਭਏ ਪਵਿੱਤ ਸਰੀਰ। ਸਿੱਖੋ, ਸਤਿਗੁਰ ਦੀ ਸੇਵਾ ਟਹਿਲ ਕਰਨ ਦੇ ਨਾਲ ਸੇਵ ਦੇ ਦੋਨੇ ਅਰਥ ਹੈ। ਸੇਵ ਦਾ ਅਰਥ ਸਿਮਰਨਾ ਵੀ ਹੈ, ਯਾਦ ਵਿੱਚ ਇਕੱਠਾ ਕਰਨਾ, ਤੇ ਸੇਵ ਦਾ ਮਤਲਬ ਸੇਵਾ ਕਰਨੀ ਵੀ ਹੈ। ਤੇ ਦੋਨੇ ਹੀ ਚੀਜ਼ਾਂ ਜ਼ਰੂਰੀ ਹੈ ਸਿੱਖ ਦੇ ਲਈ। ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਜੀਵਨ ਵਿੱਚ ਜੋ ਹੰਢਾਇਆ ਹੈ ਉਹ ਹੀ ਸਾਡੇ ਵਾਸਤੇ ਗਾਈਡੈਂਸ ਬਖਸ਼ੀ ਹੈ, ਸਾਡਾ ਮਾਰਗਦਰਸ਼ਨ ਕੀਤਾ ਹੈ। ਜੋ ਉਹਨਾਂ ਦੇ ਜੀਵਨ ਦੇ ਤਜਰਬੇ ਹਨ ਉਹ ਸਾਡੇ ਲਈ ਗੁਰਬਾਣੀ ਰਾਹੀਂ ਬਖਸ਼ਿਸ਼ ਕੀਤੇ, ਦੇਣੇ ਕੀਤੇ ਸਾਨੂੰ। ਪਾਤਸ਼ਾਹ ਜੀ ਕਹਿੰਦੇ ਬਾਹੋ ਬਾਹੋ ਬਾਣੀ ਨਿਰੰਕਾਰ ਹੈ। ਇਹ ਬਾਣੀ ਹੀ ਪਰਮੇਸ਼ਰ ਦਾ ਸਰੂਪ ਹੈ। ਗੁਰਬਾਣੀ ਬਣੀਏ ਭਾਈ, ਆਓ ਗੁਰਬਾਣੀ ਬਣੀਏ। ਗੁਰਬਾਣੀ ਕਿਵੇਂ ਬਣੀਏ? ਭਾਵ ਜੋ ਗੁਰਬਾਣੀ ਕਹਿੰਦੀ ਹੈ ਉਵੇਂ ਚੱਲਣਾ ਸ਼ੁਰੂ ਕਰੀਏ। ਇਹ ਪਵਿੱਤਰ ਬਾਣੀ ਸਾਨੂੰ ਵੀ ਪਵਿੱਤਰ ਕਰ ਲਵੇਗੀ। ਇਸ ਤਰ੍ਹਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸਿੱਖੋ, ਸਤਿਗੁਰ ਦੀ ਸੇਵਾ ਕਰਕੇ ਇਹ ਮਨ ਨਿਰਮਲ ਹੁੰਦਾ ਹੈ। ਔਰ ਜਦ ਮਨ ਨਿਰਮਲ ਹੋ ਗਿਆ ਸਰੀਰ ਵੀ ਨਿਰਮਲ ਹੋ ਜਾਂਦਾ ਹੈ, ਕਿਉਂਕਿ ਮੈਲਾਂ ਅੰਦਰੋਂ ਬਾਹਰ ਨੂੰ ਨਿਕਲਦੀਆਂ। ਆ ਬਿਮਾਰੀਆਂ ਜਿਹੜੀਆਂ ਸਾਡੇ ਸਰੀਰ 'ਚ ਆਉਂਦੀਆਂ ਇਹਨਾਂ ਦਾ ਬੀਜ ਪਹਿਲਾਂ ਮਨ ਵਿੱਚ ਹੁੰਦਾ, ਫਿਰ ਸਾਡੇ ਸਰੀਰ ਵਿੱਚ ਆਉਂਦਾ। ਜੇ ਮਨ ਦੇ ਵਿੱਚ ਪਵਿੱਤਰਤਾ ਹੋਵੇਗੀ ਤੇ ਉਹ ਸਰੀਰ ਦੇ ਵਿੱਚ ਵੀ ਬਾਹਰ ਨੂੰ ਆਵੇਗੀ। ਫਿਰ ਕਹੋ ਸਤਿਨਾਮ ਸ੍ਰੀ। ਇਸ ਕਰਕੇ ਜਦੋਂ ਮਨ ਨਿਰਮਲ ਹੋ ਗਿਆ ਤੇ ਸਾਡਾ ਸਰੀਰ ਵੀ ਚੰਗੇ ਕੰਮ ਕਰੇਗਾ। ਜਦੋਂ ਮਨ ਚੋਰ ਹੈ ਤੇ ਹੱਥ ਵੀ ਚੋਰੀ ਕਰਨਗੇ। ਕਹੋ ਸਤਿਨਾਮ ਸ੍ਰੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਸਰੀਰ ਨੂੰ ਨਿਰਮਲ ਕਰਨ ਤੋਂ ਪਹਿਲਾਂ ਮਨ ਨੂੰ ਨਿਰਮਲ ਕਰਨਾ ਚਾਹੀਏ, ਪਰ ਹੁੰਦਾ ਇਹਦੇ ਉਲਟ ਹੈ। ਕਬੀਰ ਸਾਹਿਬ ਜੀ ਕਹਿੰਦੇ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਤੀਰਥਾਂ ਤੇ ਨਹਾਉਣ ਤਾਂ ਚੱਲੇ ਆ, ਮਨ ਸਾਫ਼ ਨਹੀਂ ਤੇ ਸਰੀਰ ਕਿਵੇਂ ਸਾਫ਼ ਹੋ ਜਾਊਗਾ?
ਮਨ ਖੋਟਾ ਹੈ ਤੇ ਸਰੀਰ ਵੀ ਖੋਟਾ ਹੀ ਰਹੇਗਾ, ਚੋਰ ਰਹੇਗਾ। ਬਹੁਤ ਸਾਰੇ ਲੋਕ ਮੇਲਿਆਂ ਤੇ ਜਾਂਦੇ ਆ, ਬੜੀ ਭੀੜ ਇਕੱਠ ਹੁੰਦੀ ਹੈ ਤੇ ਬਹੁਤੇ ਅੱਖ ਬਚਾ ਕੇ ਚੋਰੀ ਕਰ ਲੈਂਦੇ ਆ ਲੋਕਾਂ ਦੇ, ਗਰੀਬਾਂ ਦੇ ਸਮਾਨ ਦੀ। ਤਾਂ ਖੈਰ ਮਨੁੱਖ ਇਹ ਸੋਚਦਾ ਹੈ ਕਿ ਮੈਂ ਗੰਗਾ ਦੇ ਜਲ ਵਿੱਚ ਇਸ਼ਨਾਨ ਕਰ ਆਇਆ ਜਾਂ ਕਿਸੇ ਤੀਰਥ ਤੇ ਕਿਸੇ ਸਰੋਵਰ ਤੇ ਇਸ਼ਨਾਨ ਕਰ ਆਂਦਾ, ਹੁਣ ਮੈਂ ਪਵਿੱਤਰ ਹੋ ਗਿਆ। ਇਹ ਮਨ ਦੇ ਵਿੱਚ ਭਰਮ ਲੈ ਆਉਂਦਾ ਕਿ ਹੁਣ ਮੇਰੇ ਪਾਪ ਲਹਿ ਗਏ ਤੇ ਘਰੇ ਆ ਕੇ ਫਿਰ ਸ਼ੁਰੂ ਕਰ ਦਿੰਦਾ, ਉੱਥੋਂ ਸ਼ੁਰੂ ਕਰ ਦਿੰਦਾ। ਕਬੀਰ ਨਹਾਵਣ ਚੱਲੇ ਤੀਰਥੀ, ਮਨ ਤੋਂ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਹਾਤਿਆਂ, ਇੱਕ ਡਰ ਲਹਿ ਗਿਆ ਨਹਾ ਕੇ। ਦੋਏ ਭਾਉ ਚੜੀ ਅਸ ਹੋਰ, ਅੱਗੇ ਹੋਰ ਅਨੇਕਾਂ ਡਰ ਫਿਰ ਦੁਬਾਰਾ ਤਿਆਰ ਕਰ ਲਏ। ਇਸ ਕਰਕੇ ਸਰੀਰ ਨੂੰ ਨਿਰਮਲ ਕਰਨ ਤੋਂ ਪਹਿਲਾਂ ਜ਼ਰੂਰਤ ਹੈ ਮਨ ਨੂੰ ਨਿਰਮਲ ਕਰਨ ਦੀ। ਜਿੰਨਾ ਚਿਰ ਮਨ ਵਸ ਵਿੱਚ ਨਹੀਂ ਆਉਂਦਾ ਉਹਨਾਂ ਚਿਰ ਗੱਲ ਨਹੀਂ ਬਣਨੀ। ਮਨ ਵਸੇ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਉਹ ਹੁੰਦਾ ਗੁਰੂ ਦੀ ਕਿਰਪਾ ਦੇ ਨਾਲ, ਜਦੋਂ ਗੁਰੂ ਮਿਲਦਾ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਫੀਲ ਕੀਤਾ ਹੈ, ਅਨੁਭਵ ਕੀਤਾ ਹੈ ਕਿ ਜਦੋਂ ਮੈਨੂੰ ਗੁਰੂ ਅੰਗਦ ਦੇਵ ਜੀ ਮਿਲੇ ਉਦੋਂ ਬਾਅਦ ਹੀ ਮੇਰੇ ਵਿੱਚ ਕੁਝ ਬਦਲਾਅ ਆਇਆ। ਨਹੀਂ ਤਾਂ 60-65 ਸਾਲ ਦੀ ਉਮਰ ਤੱਕ ਮੈਂ ਉੱਦਾਂ ਹੀ ਗੇੜੇ ਖਾਂਦਾ ਰਿਹਾ। ਮੈਨੂੰ ਪਤਾ ਹੀ ਨਹੀਂ ਸੀ ਕਿ ਗੁਰੂ ਵਾਲੇ ਲੜ ਲੱਗਣਾ ਚਾਹੀਦਾ, ਗੁਰੂ ਦੇ ਲੜ ਲੱਗ ਕੇ ਹੀ ਜੀਵਨ ਸਫਲਾ ਹੁੰਦਾ ਹੈ। ਤੇ ਫਿਰ ਅੱਜ ਸਾਨੂੰ ਵੀ ਦੱਸਦੇ ਹਨ, ਸਤਿਗੁਰ ਮਿਲਿਆ ਮਨ ਨਿਰਮਲਾ, ਭਏ ਪਵਿੱਤ ਸਰੀਰ। ਉਹ ਸਰੀਰ ਦੇ ਵਿੱਚ ਵੀ ਐਸੀ ਪਵਿੱਤਰਤਾ ਆ ਜਾਂਦੀ ਹੈ, ਇੰਨਾ ਸ਼ੁੱਧ ਹੋ ਜਾਂਦਾ ਉਹ ਸਰੀਰ ਕਿ ਉਸ ਦੀ ਸੰਗਤ ਕਰਨ ਵਾਲੇ ਵੀ ਸ਼ੁੱਧ ਹੋਣੇ ਸ਼ੁਰੂ ਹੋ ਜਾਂਦੇ ਆ। ਕੋ ਸਤਨਾਮ ਸ੍ਰੀ। ਜਿਸ ਤਰ੍ਹਾਂ ਭਾਈ ਮੰਝ ਨੇ ਪੰਜਵੇਂ ਪਾਤਸ਼ਾਹ ਜੀ ਦੀ ਸੇਵਾ ਕੀਤੀ ਤੇ ਭਾਈ ਮੰਝ ਦਾ ਜੀਵਨ ਇੰਨਾ ਪਵਿੱਤਰ ਹੋ ਗਿਆ ਕਿ ਗੁਰੂ ਸਾਹਿਬ ਨੇ ਮੋਹਰ ਲਾ ਦਿੱਤੀ, ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰ। ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ। ਤੋ ਭਾਈ ਮੰਝ ਨੂੰ ਅਥਾਰਟੀ ਦੇ ਦਿੱਤੀ ਹੈ, ਪੰਜਵੇਂ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਕਰ ਦਿੱਤੀ ਹੈ ਉਹਨਾਂ ਦੇ ਸਰੀਰ ਵਿੱਚ ਕਿ ਜਾ ਫਿਰ ਅੱਜ ਤੋਂ ਬਾਅਦ ਜਿਹੜੇ ਤੇਰੀ ਸੰਗਤ ਕਰਨਗੇ ਉਹ ਵੀ ਤਰ ਜਾਣਗੇ। ਤੂੰ ਤਾਂ ਮੇਰਾ ਸਮੁੰਦਰੀ ਬੇੜਾ ਬਣ ਗਿਆ। ਜਿਸ ਤਰ੍ਹਾਂ ਸਮੁੰਦਰੀ ਬੇੜਾ ਦੁਨੀਆ ਨੂੰ ਪਾਰ ਲਾਉਂਦਾ ਹੈ, ਮੰਝ ਦੁਨੀਆ ਨੂੰ ਪਾਰ ਲਾਵੇਗਾ। ਸਤਿਗੁਰੂ ਅਮਰਦਾਸ ਜੀ ਦੀ ਮੈਂ ਗੱਲ ਕਰਾਂ, ਜਿਨ੍ਹਾਂ ਨੇ ਲਗਾਤਾਰ 12 ਸਾਲ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ ਹੈ। ਇਤਿਹਾਸ ਦੇ ਪੰਨੇ ਦੱਸਦੇ ਹੈ, ਗੱਲ ਜ਼ਾਹਰ ਹੈ ਕਿ ਜੇ ਸੇਵਾ ਕਰਦੇ ਆ ਅਚਾਨਕ ਕਿਸੇ ਪਾਪ ਆਤਮਾ ਦੇ ਸਰੀਰ ਦੀ ਹੱਡੀ ਤੇ ਵੀ ਪੈਰ ਧਰ ਗਿਆ, ਗੁਰੂ ਅੰਗਦ ਦੇਵ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਵਿੱਤਰ ਚਰਨ, ਕਹਿੰਦੇ ਜੇ ਕਿਸੇ ਮੁਰਦੇ ਦੀ ਪਈ ਹੋਈ ਹੱਡੀ ਤੇ ਵੀ ਚਰਨ ਲੱਗ ਗਿਆ ਤੇ ਉਹ ਜੀਵ ਆਤਮਾ ਜੇ ਨਰਕਾਂ ਸਿੱਟੀ ਹੋਈ ਸੀ ਤੇ ਉਹ ਵੀ ਉੱਥੋਂ ਕੱਢ ਦਿੱਤੀ, ਧਰਮਰਾਜ ਨੇ ਸਵਰਗਾਂ ਨੂੰ ਭੇਜ ਦਿੱਤੀ। ਕੋ ਸਤਨਾਮ ਸੀ। ਕਿਉਂਕਿ ਗੁਰੂ ਦੀ ਤਾਂ ਸੈਨ ਹੀ ਹੁੰਦੇ ਹੈ, ਕਿਸੇ ਦੇ ਸੈਨ ਹੀ ਕੰਮ ਕਰਦੇ ਆ, ਗੁਰੂ ਦੀ ਚਰਨ ਛੋਹ ਹੀ ਕੰਮ ਕਰ ਜਾਂਦੀ ਹੈ। ਸੋ ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਅਸੀਂ ਗੁਰੂ ਦੀ ਸੇਵਾ ਕਰਦੇ ਹਾਂ, ਗੁਰੂ ਦੇ ਚਰਨਾਂ ਨਾਲ ਜੁੜਦੇ ਹਾਂ, ਗੁਰੂ ਨੂੰ ਸਿਮਰਦੇ ਹਾਂ ਤੇ ਫਿਰ ਸਾਡੇ ਜੀਵਨ ਸਫਲੇ ਹੋਣੇ ਸ਼ੁਰੂ ਹੋ ਜਾਂਦੇ ਹਨ। ਮਨ ਆਨੰਦ ਸਦਾ ਸੁਖ ਪਾਇਆ, ਭੇਟਿਆ ਗਹਿਰ ਗੰਭੀਰ। ਜਦੋਂ ਮਨ ਪਵਿੱਤਰ ਹੋ ਜਾਂਦਾ ਹੈ, ਮਨ ਸਾਫ਼ ਹੋ ਜਾਂਦਾ ਹੈ ਤਾਂ ਭੇਟਿਆ ਗਹਿਰ ਗੰਭੀਰ, ਗਹਿਰ ਡੂੰਘਾ, ਗੰਭੀਰ ਵਿਸ਼ਾਲ, ਉਹ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ ਜੋ ਹੈ, ਨਿਹਚਲ ਪਰਮੇਸ਼ਰ ਜੋ ਹੱਲਦਾ ਨਹੀਂ, ਆਨੰਦ ਦਾ ਦਾਤਾ, ਉਹ ਮਾਲਕ ਹੀ ਪ੍ਰਾਪਤ ਹੋ ਗਿਆ। ਮਨ ਆਨੰਦ ਸਦਾ ਸੁਖ ਪਾਇਆ, ਉਹ ਆਨੰਦ ਪ੍ਰਾਪਤ ਹੋ ਗਿਆ। ਹੁਣ ਸੰਸਾਰ ਦੇ ਦੁੱਖ ਵੀ ਉਸ ਨੂੰ ਦੁੱਖ ਨਹੀਂ ਦੇ ਸਕਦੇ। ਜਿਸ ਤਰ੍ਹਾਂ ਗੁਰੂ ਪਿਆਰਿਓ, ਪੰਜਵੇਂ ਪਾਤਸ਼ਾਹ ਜੀ ਦਾ ਸਿੱਖ ਹੈ ਭਾਈ ਭਿਖਾਰੀ, ਤੇ ਕਿਸੇ ਸਿੱਖ ਨੇ ਆ ਕੇ ਪੰਜਵੇਂ ਪਾਤਸ਼ਾਹ ਜੀ ਨੂੰ ਪੁੱਛਿਆ, ਮਹਾਰਾਜ ਗੁਰਮੁਖਾਂ ਦੇ ਕੀ ਲੱਛਣ ਹੁੰਦੇ ਆ, ਗੁਰਮੁਖਾਂ ਦਾ ਕੈਸਾ ਜੀਵਨ ਹੁੰਦਾ ਹੈ, ਉਹਨਾਂ ਦੀ ਕੀ ਅਵਸਥਾ ਹੁੰਦੀ ਹੈ।
ਧੰਨ ਗੁਰੂ ਅਰਜਨ ਦੇਵ ਜੀ ਨੇ ਪ੍ਰੈਕਟੀਕਲ ਰੂਪ ਦੇ ਵਿੱਚ ਉਹ ਸਿੱਖ ਨੂੰ ਕਿਹਾ, ਜਾ ਫਿਰ ਇੱਕ ਸਾਡਾ ਸਿੱਖ ਹੈ ਭਾਈ ਭਿਖਾਰੀ ਫਲਾਣੇ ਇਲਾਕੇ 'ਚ ਰਹਿੰਦਾ ਹੈ, ਉੱਥੇ ਚਲਿਆ ਜਾ ਤੇ ਉਹਨੂੰ ਪੁੱਛਿਆ ਜਾ ਕੇ। ਪੁੱਛਣਾ ਕੀ ਸੀ, ਦਿਖਾਈ ਦੇਣਾ ਸੀਗਾ। ਇਹ ਸਿੱਖ ਪਹੁੰਚਿਆ, ਜਾਂ ਪਹੁੰਚਿਆ ਭਾਈ ਭਿਖਾਰੀ ਦੇ ਘਰ ਤੇ ਕੀ ਵੇਖਦਾ, ਰਚਨਾ ਲੱਗੀ ਹੋਈ ਹੈ ਜਿਵੇਂ ਕਿਸੇ ਬੱਚੇ ਦਾ ਵਿਆਹ ਹੁੰਦਾ, ਬੀਬੀਆਂ ਗੀਤ ਗਾ ਰਹੀਆਂ ਔਰ ਗੁਰੂ ਪਿਆਰਿਓ ਮਠਿਆਈ ਬਣ ਰਹੀ ਹੈ, ਬੜੇ ਰੰਗ ਰਾਗ ਹੈ, ਖੇੜਾ ਹੈ, ਆਨੰਦ ਹੈ, ਖੁਸ਼ੀਆਂ ਵਰਤ ਰਹੀਆਂ ਘਰ ਦੇ ਵਿੱਚ। ਜਦ ਘਰ ਪੁੱਛ ਕੇ ਉਹਨਾਂ ਦੇ ਕੋਲ ਗਿਆ ਤੇ ਪੁੱਛਿਆ, ਭਾਈ ਭਿਖਾਰੀ ਕਿੱਥੇ ਹੈ? ਕਹਿੰਦੇ ਜੀ ਉਹ ਪਰਲੇ ਪਾਸੇ ਨੌਰੇ 'ਚ ਬੈਠੇ ਆ। ਤੋ ਵਿੱਚੋਂ ਲੰਘ ਕੇ ਘਰ ਦੇ ਉਹ ਨੌਰੇ ਵਾਲੇ ਪਾਸੇ ਗਿਆ ਤੇ ਭਾਈ ਭਿਖਾਰੀ ਜੀ ਬੈਠੇ ਆ, ਕੁਝ ਪੱਲੀਆਂ ਨੂੰ ਤੋਪੇ ਜੇ ਮਾਰੀ ਜਾਂਦੇ ਆ। ਤੇ ਭਾਈ ਸਾਹਿਬ ਨੇ ਕੀ ਦੇਖਿਆ ਕਿ ਕੰਧ ਦੇ ਨਾਲ ਇੱਕ ਸੀੜੀ ਖੜੀ ਕੀਤੀ ਹੋਈ ਹੈ, ਆ ਬਾਂਸ ਦੇ ਡੰਡੇ ਜੋੜ ਕੇ ਬੰਨ੍ਹ ਕੇ ਉਹਨਾਂ ਨੂੰ, ਡੰਡਿਆਂ ਨੂੰ ਪੌੜੀ ਵਾਂਗੂ ਬਣਾਈ ਜਾਂਦੀ ਸੀ ਪਹਿਲਾਂ, ਉਹਦੇ ਉੱਤੇ ਮੁਰਦੇ ਨੂੰ ਪਾ ਕੇ ਲਿਜਾਂਦੇ ਆ। ਇਹ ਬੰਦੇ ਦੀ ਹੈਰਾਨੀ ਦੀ ਗੁਰੂ ਪਿਆਰਿਓ ਹੱਦ ਨਾ ਰਹੀ। ਇਹ ਹੈਰਾਨ ਹੋ ਗਿਆ, ਸਮਝ ਨਹੀਂ ਆਉਂਦੀ ਵਿਆਹ ਹੈ ਕਿ ਮਰ ਗਏ। ਉਧਰ ਵਿਆਹ ਦਾ ਸਮਾਨ ਤਿਆਰ ਹੋ ਰਿਹਾ ਹੈ ਤੇ ਇੱਧਰ ਇਹ ਸੀੜੀ ਬਣਾ ਰੱਖੀ ਹੈ ਤੇ ਪੱਲੀਆਂ ਜਿਹੀਆਂ ਸਿਉਂ ਜਾਂਦੇ ਹੈ, ਮਰਗ ਦਾ ਸਮਾਨ ਜਾਂ ਇਕੱਠਾ ਕਰ ਛੱਡੇ ਹੈ, ਸਮਝ ਨਹੀਂ ਆਉਂਦੀ। ਉਹ ਗੁਰਮੁਖ ਕਹਿਣ ਲੱਗਿਆ, ਜੀ ਮੈਂ ਪੰਜਵੇਂ ਪਾਤਸ਼ਾਹ ਕੋਲੋਂ ਆਇਆ। ਗੁਰੂ ਭਾਈ ਭਿਖਾਰੀ ਨੇ ਸਤਿਕਾਰ ਕੀਤਾ, ਪਿਆਰ ਦਿੱਤਾ, ਜਲ ਪਾਣੀ ਛਕਾਇਆ। ਫਿਰ ਉਹਨੇ ਪੁੱਛਿਆ, ਮਹਾਰਾਜ ਮੈਂ ਤਾਂ ਕਿਸੇ ਹੋਰ ਕੰਮ ਆਇਆ ਸੀ, ਵੈਸੇ ਬਾਬਾ ਜੀ ਨੇ ਭੇਜਿਆ ਮੈਨੂੰ। ਮੈਂ ਪੁੱਛਿਆ ਸੀ ਗੁਰਮੁਖਾਂ ਦੀ ਕੀ ਨਿਸ਼ਾਨੀ ਹੁੰਦੀ ਹੈ, ਪਰ ਮੈਂ ਇੱਥੇ ਆ ਕੇ ਕੀ ਦੇਖਦਾ, ਤੁਹਾਡੇ ਕੋਲੇ ਮੈਨੂੰ ਭੇਜਿਆ। ਤੇ ਉਧਰ ਵਿਆਹ ਦਾ ਸਮਾਨ ਹੈ ਤੇ ਇੱਧਰ ਮਰਗ ਦਾ ਸਮਾਨ ਹੈ, ਮੈਨੂੰ ਸਮਝ ਨਹੀਂ ਆਉਂਦੀ। ਭਾਈ ਭਿਖਾਰੀ ਜੀ ਕਹਿਣ ਲੱਗੇ, ਆਹੋ ਭਾਈ ਦੋਨੇ ਹੀ ਆ। ਮਹਾਰਾਜ ਦੋਨੇ ਹੀ ਆ? ਹਾਂ। ਕਿਸ ਤਰ੍ਹਾਂ? ਕਹਿਣ ਲੱਗੇ, ਬੱਚੇ ਦਾ ਵਿਆਹ ਹੈ। ਉਹ ਤਾਂ ਠੀਕ ਹੈ ਮਹਾਰਾਜ, ਵਿਆਹ ਦਾ ਸਮਾਨ ਤਾਂ ਮੈਂ ਦੇਖਿਆ, ਪਰ ਇਹਦੀ ਕੀ ਲੋੜ ਸੀ ਆਹ ਸਮਾਨ ਦੀ, ਜੋ ਮਰਗ ਦਾ ਸਮਾਨ ਇਕੱਠਾ ਕੀਤਾ, ਸੀੜੀ ਆਦਿ, ਪੱਲੀਆਂ ਪੁੱਲੀਆਂ। ਤਾਂ ਭਾਈ ਭਿਖਾਰੀ ਜੀ ਕਹਿਣ ਲੱਗੇ, ਉਸ ਤੋਂ ਬਾਅਦ ਬੱਚੇ ਨੇ ਗੁਜ਼ਰ ਜਾਣਾ ਹੈ, ਮਰ ਜਾਣਾ ਹੈ। ਉਹ ਸਿੱਖ ਦੀ ਹੋਰ ਵੀ ਹੈਰਾਨੀ ਦੀ ਹੱਦ ਨਾ ਰਹੀ। ਕਹਿਣ ਲੱਗਿਆ, ਜਦ ਮਰ ਹੀ ਜਾਣਾ ਹੈ ਉਸਨੇ, ਤੁਹਾਨੂੰ ਪਤਾ ਲੱਗ ਗਿਆ, ਚਲੋ ਤੁਹਾਡੀ ਅਵਸਥਾ ਇੰਨੀ ਗੁਰੂ ਕਿਰਪਾ ਸਦਕਾ ਬਣ ਗਈ ਕਿ ਉਹਨੇ ਮਰ ਜਾਣਾ, ਫਿਰ ਉਹਦਾ ਵਿਆਹ ਕਿਉਂ ਕਰਦੇ ਹੋ? ਇੱਕੋ ਲੜਕੀ ਹੈ ਜਿਹੜੀ, ਉਸ ਨੂੰ ਤਾਂ ਦਾਗ ਨਾ ਲਾਓ ਘੱਟੋ ਘੱਟ। ਭਾਈ ਭਿਖਾਰੀ ਜੀ ਕਹਿੰਦੇ ਇਹ ਸੰਜੋਗ ਹੈ ਤੇ ਮੌਤ ਹੈ ਜਿਹੜੀ ਇਹ ਵਿਜੋਗ ਹੈ। ਸੰਜੋਗ ਤੇ ਵਿਜੋਗ ਦੋਨੇ ਹੀ ਸ੍ਰਿਸ਼ਟੀ ਨੂੰ ਚਲਾਉਂਦੇ ਆ। ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਲੇਖੇ ਆਵੇ ਭਾਗ। ਮਿਲਦਾ ਓਨਾ ਹੀ ਹੈ ਜਿੰਨਾ ਭਾਗਾਂ 'ਚ ਹੁੰਦਾ ਹੈ। ਕਹੋ ਸਤਨਾਮ, ਉਦੋਂ ਵੱਧ ਨਹੀਂ ਮਿਲ ਸਕਦਾ। ਉਹ ਗੁਰਸਿੱਖ ਨੇ ਫਿਰ ਬੇਨਤੀ ਕੀਤੀ, ਤੁਹਾਡਾ ਤਾਂ ਗੁਰੂ ਸਾਹਿਬ ਬੜਾ ਪਿਆਰ ਹੈ, ਤੁਹਾਨੂੰ ਕਿੰਨਾ ਯਾਦ ਕਰਦੇ ਆ, ਕਿੰਨੀ ਦੂਰੋਂ ਮੈਨੂੰ ਇੱਥੇ ਭੇਜਿਆ ਹੈ, ਤੇ ਤੁਸੀਂ ਸਤਿਗੁਰੂ ਅਰਜਨ ਦੇਵ ਜੀ ਕੋਲ ਬੇਨਤੀ ਕਰਦੇ ਹੋ ਤੁਹਾਡੇ ਬੱਚੇ ਦੀ ਉਮਰ ਲੰਬੀ ਹੋ ਜਾਵੇ ਘੱਟੋ ਘੱਟ। ਕਹਿੰਦੇ ਕਾਹਦੇ ਪਿੱਛੇ, ਫਿਰ ਵੀ ਤਾਂ ਮਰਨਾ ਹੀ ਹੈ, ਕਿੰਨੀ ਕੁ ਲੰਬੀ ਕਰ ਲਾਂਗੇ, ਮੌਤ ਤਾਂ ਇੱਕ ਦਿਨ ਆਉਣੀ ਹੈ। ਭਾਈ ਭਿਖਾਰੀ ਨੇ ਹੱਸ ਕੇ ਇਸ ਗੱਲ ਦਾ ਵੀ ਜਵਾਬ ਇੱਦਾਂ ਦੇ ਦਿੱਤਾ, ਔਰ ਇਸ ਨੂੰ ਗੁਰਮੁਖ ਨਿੱਕੀ ਜੀ ਗੱਲ ਸਮਝਦੇ ਆ ਮੌਤ ਨੂੰ, ਕਿਉਂਕਿ ਪਤਾ ਹੈ ਮੌਤ ਤੋਂ ਬਾਅਦ ਮੌਤ ਨਹੀਂ ਹੈ। ਅਸਲ ਵਿੱਚ ਪੰਜਾਂ ਤੱਤਾਂ ਦਾ ਸਰੀਰ ਅੱਡੋ ਅੱਡ ਹੋ ਜਾਂਦਾ ਹੈ, ਆਤਮਾ ਨਿਕਲ ਜਾਂਦੀ ਆ, ਉਹ ਆਪਣੇ ਫੁਰਨੇ ਮੁਤਾਬਕ ਕਿਤੇ ਹੋਰ ਸਰੀਰ ਧਾਰਨ ਕਰ ਲੈਂਦੀ ਆ। ਜੇ ਗੁਰੂ ਗੁਰੂ ਜਪਦੀ ਹੋਵੇ ਤੇ ਗੁਰੂ ਕੋਲ ਚਲੀ ਜਾਂਦੀ ਆ। ਤਾਂ ਭਾਈ ਭਿਖਾਰੀ ਜੀ ਨੇ ਕਿਹਾ ਵੀ ਕਾਹਦੇ ਪਿੱਛੇ, ਮਰਨਾ ਤਾਂ ਹੈਗਾ ਹੀ, ਅੱਜ ਕੀ ਤੇ ਕੱਲ ਕੀ। ਤਾਂ ਉਹ ਗੁਰਮੁਖ ਉੱਥੇ ਰਿਹਾ, ਉਹ ਸਿੱਖ ਉੱਥੇ ਰਿਹਾ,
1-2 ਦਿਨਾਂ ਬਾਅਦ ਵਿਆਹ ਦਾ ਦਿਨ ਆ ਗਿਆ। ਵਿਆਹ ਹੋਇਆ। ਜਦ ਵਿਆਹ ਤੋਂ ਬਾਅਦ ਵਿਆਹ ਕਰਕੇ ਵਾਪਸ ਆਏ ਤੇ ਬੱਚੇ ਦੇ ਪੇਟ ਵਿੱਚ ਐਸਾ ਦਰਦ ਹੋਇਆ ਸੂਲ ਦਾ, ਰਾਤ ਨੂੰ ਗੁਜ਼ਰ ਗਿਆ। ਤੜਕੇ ਦਿਨ ਚੜ੍ਹਿਆ ਤੇ ਪਤਾ ਲੱਗਿਆ ਵੀ ਲੜਕਾ ਗੁਜ਼ਰ ਗਿਆ। ਤੇ ਭਾਈ ਭਿਖਾਰੀ ਨੂੰ ਤਾਂ ਪਤਾ ਹੀ ਸੀਗਾ। ਉਹ ਰਿਸ਼ਤੇਦਾਰ ਸਾਕ ਸੰਬੰਧੀ ਜੋ ਵਿਆਹ 'ਚ ਆਏ ਸੀ ਉਹਨਾਂ ਨੂੰ ਕਹਿੰਦੇ, ਭਾਈ ਤੁਸੀਂ ਕੱਲ ਖੁਸ਼ੀ ਵਿੱਚ ਹਾਜ਼ਰ ਹੋਏ, ਅੱਜ ਗਮੀ 'ਚ ਵੀ ਹਾਜ਼ਰ ਹੋਵੋ, ਹੁਣ ਸੰਸਕਾਰ ਤੋਂ ਬਾਅਦ ਹੀ ਜਾਇਓ। ਕੋ ਸਤਨਾਮ ਸ੍ਰੀ। ਤੋ ਇਸ ਤਰ੍ਹਾਂ ਜਿਹੜੇ ਗੁਰਮੁਖ ਹੈ, ਜਦੋਂ ਮਨ ਨਿਰਮਲ ਹੋ ਗਿਆ, ਸਤਿਗੁਰ ਸੇਵਿਆ ਮਨ ਨਿਰਮਲ, ਮਨ ਨਿਰਮਲਾ ਭਏ ਪਵਿੱਤ ਸਰੀਰ, ਮਨ ਆਨੰਦ ਸਦਾ ਸੁਖ ਪਾਇਆ, ਭੇਟਿਆ ਗਹਿਰ ਗੰਭੀਰ। ਉਹਨਾਂ ਦੇ ਮਨ ਵਿੱਚ ਆਨੰਦ ਆ ਜਾਂਦਾ, ਫਿਰ ਦੁੱਖ ਵੀ ਦੁਖੀ ਨਹੀਂ ਕਰ ਸਕਦੇ। ਸਹਿ ਸੁਭਾਈ ਉਹ ਸਰੀਰ ਦਾ ਸੰਸਕਾਰ ਕਰ ਦਿੱਤਾ। ਉਸ ਗੁਰਮੁਖ ਨੇ ਆ ਕੇ ਸਾਰੀ ਘਟਨਾ ਪੰਜਵੇਂ ਪਾਤਸ਼ਾਹ ਜੀ ਨੂੰ ਦੱਸੀ। ਤੋ ਕਹਿਣ ਤੋਂ ਭਾਵ ਹੈ ਸਤਿਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ ਕਿ ਸਤਿਗੁਰ ਦੀ ਸੇਵਾ ਤੇ ਸਿਮਰਨ ਹੀ ਸਾਨੂੰ ਪਵਿੱਤਰ ਕਰਦਾ ਹੈ, ਸਾਡੀ ਬੁੱਧੀ ਬਦਲਦਾ ਹੈ। ਬੁੱਧ ਬਦਲੀ ਸਿੱਧ ਪਾਈ, ਮਨ ਆਨੰਦ ਸਦਾ ਸੁਖ ਪਾਇਆ, ਭੇਟਿਆ ਗਹਿਰ ਗੰਭੀਰ। ਮਨ ਵਿੱਚ ਆਨੰਦ ਆ ਗਿਆ, ਫਿਰ ਉਹ ਜੀਵ ਆਤਮਾ ਕਦੇ ਦੁਖੀ ਨਹੀਂ ਹੁੰਦੀ, ਸਦਾ ਸੁਖੀ ਰਹਿੰਦੀ ਆ। ਭੇਟਿਆ ਗਹਿਰ ਗੰਭੀਰ, ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਗਹਿਰ ਡੂੰਘਾ ਹੈ, ਗੰਭੀਰ ਵਿਸ਼ਾਲ ਹੈ, ਜਿਸ ਦਾ ਅੰਤ ਕੋਈ ਨਹੀਂ ਹੈ। ਜਿਸ ਤਰ੍ਹਾਂ ਸਮੁੰਦਰ ਦੇ ਥਾਂ ਬਾਰੇ ਸਾਨੂੰ ਪਤਾ ਨਹੀਂ ਹੈ ਕਿੰਨਾ ਕੁ ਡੂੰਘਾ ਹੈ, ਕਿੰਨਾ ਕੁ ਨਹੀਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸੱਚੀ ਸੰਗਤ ਵੈਸਣਾ। ਦੂਸਰਾ ਸਿੱਖੋ, ਤੁਸੀਂ ਪੁੱਛਿਆ ਮਨ ਨਿਰਮਲ ਕਿਵੇਂ ਹੋਵੇ? ਚੰਗੀ ਸੰਗਤ ਕਰੋ, ਸੱਚ ਦੀ ਸੰਗਤ ਕਰੋ। ਕਬੀਰ ਸਾਕਤ ਸੰਗ ਨ ਕੀਜੀਐ, ਦੂਰ ਹੈ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। ਜਿਵੇਂ ਕਾਲੇ ਭਾਂਡੇ ਕੋਲੋਂ ਲੰਘੀਏ ਤੇ ਸਰੀਰ ਕੱਪੜੇ ਨੂੰ ਦਾਗ ਲੱਗ ਜਾਂਦਾ, ਇਸੇ ਤਰ੍ਹਾਂ ਮਾੜੀ ਸੰਗਤ ਨਾ ਕਰੋ। ਸੱਚੀ ਸੰਗਤ ਬੈਸਣਾ, ਚੰਗੀ ਸੰਗਤ ਵਿੱਚੋਂ ਮਨ ਜਿਹੜਾ ਹੈ ਭਟਕਣਾ ਤੋਂ ਬਚੇਗਾ। ਸੱਚ ਨਾਮ ਮਨ ਧੀਰ, ਸਤਸੰਗ ਦੇ ਵਿੱਚੋਂ ਸਾਨੂੰ ਪਰਮੇਸ਼ਰ ਦੇ ਨਾਮ ਦੀ ਦਾਤ ਪ੍ਰਾਪਤ ਹੋਵੇਗੀ। ਉਹ ਵੀ ਮਨ ਨੂੰ ਧੀਰਜ ਦੇਣ ਵਾਲਾ ਹੈ। ਸੇਵਾ ਵੀ ਤੇ ਸਿਮਰਨ ਵੀ, ਦੋਨੇ ਚੀਜ਼ਾਂ। ਤਾਂ ਤੇ ਮਨ ਰੇ ਸਤਿਗੁਰ ਸੇਵ ਨਿਸੰਗ, ਉਹ ਮੇਰੇ ਮਨਾ ਹਮੇਸ਼ਾ ਨਿਸੰਗ। ਨਿਸੰਗ ਇਹ ਕੰਮ ਕੋਈ ਸੰਗਣ ਵਾਲਾ ਥੋੜ੍ਹੀ ਹੈ। ਦੁਨੀਆ ਕੀ ਕਹੂਗੀ? ਮਾੜੇ ਕੰਮਾਂ ਬਾਰੇ ਸੋਚੀਦਾ, ਦੁਨੀਆ ਕੀ ਕਹੂਗੀ? ਗੁਰੂ ਵੱਲ ਜਾਂਦੇ ਆ, ਨਾਮ ਜਪਦੇ ਆ, ਗੁਰੂ ਵਾਲੇ ਬਣਦੇ ਆ, ਸੰਗਣ ਦਾ ਕੀ ਮਤਲਬ? ਇਹ ਤਾਂ ਚੰਗਾ। ਨਿਸੰਗ ਸੰਗ ਨਾ, ਨਿਸ਼ੰਗ ਹੋ ਕੇ। ਕਬੀਰ ਸਾਹਿਬ ਜੀ ਵੀ ਕਹਿੰਦੇ, ਖੇਲਤ ਖੇਲਤ ਹਾਲ ਕਰ। ਦੁਨੀਆ ਭਾਵੇਂ ਤੈਨੂੰ ਕਮਲਾ ਕਹੇ, ਪਰ ਨਾਮ ਜਪਣ ਵਾਸਤੇ ਵੀ ਤੂੰ ਭਾਵੇਂ ਮਸਤ ਹੋ ਜਾ। ਹਾਲ ਹੁੰਦਾ ਮਸਤ ਹੋ ਜਾਣਾ। ਕਬੀਰ ਖੇਲਤ ਖੇਲਤ ਹਾਲ ਕਰ, ਜੋ ਤੋਏ ਖੇਲ ਪਿਰਮ ਕੀ, ਪਾਕੇ ਸੇਤੀ ਖੇਲ। ਜੇ ਤੂੰ ਮਾਲਕ ਦੇ ਨਾਲ ਖੇਡਣਾ ਚਾਹੁੰਦਾ ਤੇ ਪੱਕਿਆਂ ਨਾਲ ਖੇਡ। ਨਾਨਕ ਕਚੜਿਆਂ ਸੋ ਤੋੜ, ਢੂੰਡ ਸੱਜਣ ਸੰਤ ਪੱਕਿਆ। ਇੱਥੇ ਖੇਲਣ ਦਾ ਮਤਲਬ ਹੈ ਸਤਸੰਗ ਕਰਨੀ। ਜੇ ਤੈਨੂੰ ਮਾਲਕ ਦੇ ਮਿਲਣ ਦਾ ਸ਼ੌਂਕ ਪੈਦਾ ਹੋਇਆ ਹੈ, ਫਿਰ ਪੱਕਿਆਂ ਦੀ ਸੰਗਤ ਕਰ। ਮਨ ਰੇ ਸਤਿਗੁਰ ਸੇਵ ਨਿਸੰਗ, ਨਿਸ਼ੰਗ ਹੋ ਕੇ ਉਸ ਮਾਲਕ ਨੂੰ ਸਿਮਰਨ ਕਰ। ਮੀਰਾ ਬਾਈ ਨਿਸ਼ੰਗ ਸਿਮਰਦੀ ਸੀ। ਪਹਿਲਾਂ ਇੱਕ ਰਾਜੇ ਦੀ ਘਰਵਾਲੀ ਸੀ, ਉਹਦਾ ਘਰਵਾਲਾ ਮਰ ਗਿਆ, ਮੁੜ ਕੇ ਦਿਓਰ ਦੇ ਲੜ ਲਾ ਦਿੱਤੀ। ਉਹਦਾ ਨਾਮ ਸੀ ਰਾਣਾ। ਤੇ ਰਾਣਾ ਪ੍ਰਤਾਪ ਜਿਹੜਾ ਰਾਜਾ ਸੀ, ਗੁਰੂ ਪਿਆਰਿਓ, ਹੁਣ ਉਸ ਵੇਲੇ ਜਿਹੜਾ ਹੈ ਬ੍ਰਾਹਮਣਾਂ ਦਾ ਬੜਾ ਬੋਲਬਾਲਾ ਸੀ, ਔਰ ਉਹਨਾਂ ਦਾ ਖਿਆਲ ਸੀ ਕਿ ਦੁਨੀਆ ਸਾਨੂੰ ਪੂਜੇ। ਪਰ ਮੀਰਾ ਬਾਈ ਜਿਹੜੀ ਭਗਤ ਰਵਿਦਾਸ ਜੀ ਦੀ ਭਗਤ ਨਹੀਂ ਸੀ। ਕੋ ਸਤਨਾਮ ਸ੍ਰੀ।
ਇਹ ਭਗਤ ਰਵਿਦਾਸ ਜੀ ਦੀ ਸੇਵਾ ਕਰਦੀ ਸੀ, ਉਹਨਾਂ ਨੂੰ ਯਾਦ ਕਰਦੀ ਸੀ, ਉਹਨਾਂ ਦੇ ਦਿੱਤੇ ਸ਼ਬਦ ਗਾਉਂਦੀ ਸੀ ਦੱਸੇ। ਕ੍ਰਿਸ਼ਨ ਜੀ ਨੂੰ ਵੀ ਜ਼ਿਆਦਾ ਮੰਨਦੀ ਸੀ ਇਹ। ਤਾਂ ਉਸ ਵੇਲੇ ਉਹਨਾਂ ਪੰਡਤਾਂ ਨੇ ਰਾਣੇ ਦੇ ਕੋਲ ਜਾ ਕਰਕੇ ਸ਼ਿਕਾਇਤਾਂ ਲਾਉਣੀਆਂ, ਤੁਹਾਡੀ ਰਾਣੀ ਤੁਹਾਡਾ ਨੱਕ ਵੱਢ ਦੂਗੀ, ਭਾਵ ਤੁਹਾਡੀ ਬੇਇੱਜ਼ਤੀ ਕਰਾਉਂਦੀ ਹੈ। ਦੇਖੋ ਚਮਿਆਰਾਂ ਦੀ ਸੰਗਤੀ ਵਿੱਚ ਤੁਰੀ ਫਿਰਦੀ ਹੈ, ਕਹੋ ਸਤਨਾਮ ਸਿੰਘ, ਉਹਨੂੰ ਰੋਕਿਆ ਜਾਵੇ। ਉਹਨਾਂ ਬ੍ਰਾਹਮਣਾਂ ਨੇ ਭੜਕਾਉਣਾ ਰਾਜੇ ਨੂੰ, ਰਾਜੇ ਨੇ ਉਹਨਾਂ ਦੇ ਮਗਰ ਲੱਗ ਕੇ ਮੀਰਾ ਬਾਈ ਨੂੰ ਰੋਕਣ ਦੀ ਕੋਸ਼ਿਸ਼ ਕਰਨੀ, ਪਰ ਮੀਰਾ ਬਾਈ ਨਿਸ਼ੰਗ ਪਰਮੇਸ਼ਰ ਦੀ ਭਗਤੀ ਵਿੱਚ ਡੁੱਬੀ ਹੋਈ ਸੀ, ਉਹਨੂੰ ਆਨੰਦ ਆ ਰਿਹਾ ਸੀ, ਉਹ ਕਿਵੇਂ ਛੱਡੇ ਉਸ ਨੂੰ, ਕਹੋ ਸਤਨਾਮ ਸਿੰਘ। ਔਰ ਰਾਣੇ ਨੇ ਉਸ ਨੂੰ ਰੋਕਣ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ, ਨਾ ਰੁਕੀ ਉਹ। ਅਖੀਰ ਉਸ ਨੇ ਇੱਕ ਦਿਨ ਜ਼ਹਿਰ ਦਾ ਪਿਆਲਾ ਜਿਹੜਾ ਸੀਗਾ ਭੇਜ ਦਿੱਤਾ ਮੀਰਾ ਬਾਈ ਵਾਲੋਂ। ਕਿਤੇ ਕ੍ਰਿਸ਼ਨ ਜੀ ਦੇ ਮੰਦਿਰ ਵਿੱਚ ਬੈਠੀ ਉਹਨਾਂ ਦੇ ਤੁੰਬਾ ਲੈ ਕੇ, ਦੁਤਾਰਾ ਲੈ ਕੇ ਗਾ ਰਹੀ ਸੀ, ਭਗਤੀ ਵਿੱਚ ਲੀਨ ਸੀ। ਜਦੋਂ ਜੀਵ ਭਗਤੀ ਵਿੱਚ ਲੀਨ ਹੁੰਦਾ ਨਾ, ਉਸ ਵੇਲੇ ਉਹਦੇ ਵਿੱਚ ਪਰਮੇਸ਼ਰ ਵਸਿਆ ਹੁੰਦਾ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਉਸ ਵੇਲੇ ਫਿਰ ਜ਼ਹਿਰ ਵੀ ਜ਼ਹਿਰ ਆਪਣਾ ਕੰਮ ਛੱਡ ਜਾਂਦਾ। ਜਿਵੇਂ ਗੁਰੂ ਅਰਜਨ ਦੇਵ ਜੀ ਤਵੀ ਤੇ ਬੈਠ ਗਏ, ਜਿੰਨਾ ਚਿਰ ਪਾਤਸ਼ਾਹ ਨੇ ਅੱਗ ਨੂੰ ਕਿਹਾ ਨਹੀਂ ਨਾ ਵੀ ਤੂੰ ਗਰਮ ਹੋ, ਉਹਨਾਂ ਚਿਰ ਉਹ ਵੀ ਠੰਡੀ ਰਹੀ, ਕਹੋ ਸਤਨਾਮ ਸੀ। ਤੇ ਮੀਰਾ ਬਾਈ ਬੈਠੀ ਆ ਭਗਤੀ ਦੇ ਵਿੱਚ ਲੀਨ ਆ, ਤੇ ਇਸ ਦੇ ਨੌਕਰ ਨੇ ਜਾ ਕੇ ਮੀਰਾ ਨੂੰ ਕਿਹਾ, ਰਾਣਾ ਜੀ ਨੂੰ ਅੰਮ੍ਰਿਤ ਪ੍ਰਾਪਤ ਹੋਇਆ ਕਿਤੋਂ, ਤੁਹਾਡੇ ਵਾਸਤੇ ਅੰਮ੍ਰਿਤ ਭੇਜਿਆ, ਛਕ ਲਓ। ਉਸੇ ਮਸਤੀ ਦੇ ਵਿੱਚ ਗਾਉਂਦਿਆਂ ਗਾਉਂਦਿਆਂ ਪਿਆਲਾ ਫੜਿਆ ਤੇ ਮੂੰਹ ਨੂੰ ਲਾ ਕੇ ਡੱਕ ਠੱਕ ਪੀ ਗਈ, ਤੇ ਜ਼ਹਿਰ ਦਾ ਅਸਰ ਹੀ ਨਹੀਂ ਹੋਇਆ, ਕਹੋ ਸਤਨਾਮ ਸੀ, ਮਰੀ ਨਹੀਂ ਉਹ। ਹੈਰਾਨ ਹੋ ਗਏ ਵੀ ਇੰਨਾ ਭਿਆਨਕ ਜ਼ਹਿਰ ਸੀਗਾ, ਇਹ ਬਚ ਕਿਵੇਂ ਗਈ। ਪਰ ਮੈਂ ਗੱਲ ਕਰ ਰਿਹਾ ਸੀਗਾ, ਮਨ ਆਨੰਦ ਸਦਾ ਸੁਖ ਪਾਇਆ, ਭੇਟਿਆ ਗਹਿਰ ਗੰਭੀਰ। ਜਦੋਂ ਪਰਮੇਸ਼ਰ ਮਿਲ ਗਿਆ, ਗੁਰੂ ਮਿਲ ਗਿਆ, ਫਿਰ ਉੱਥੇ ਇਹਨਾਂ ਚੀਜ਼ਾਂ ਦਾ ਅਸਰ ਹੀ ਨਹੀਂ ਹੁੰਦਾ। ਕੁਝ ਦਿਨ ਦੇਖਿਆ ਕੋਈ ਅਸਰ ਹੀ ਨਹੀਂ ਹੋਇਆ ਮੀਰਾ ਬਾਈ ਤੇ। ਪੀ ਕਰ ਮੀਰਾ ਹਾਸੀ ਰੇ, ਹੱਸ ਪਈ ਪੀ ਕੇ। ਕੁਝ ਦਿਨਾਂ ਦੇ ਬਾਅਦ ਫਿਰ ਲੋਕਾਂ ਦਾ ਭੜਕਾਇਆ ਹੋਇਆ, ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਮੋਦੀਖਾਨੇ ਤੇ ਸੇਵਾ ਕਰਦੇ ਆ, ਬੇਬੇ ਨਾਨਕੀ ਨੂੰ ਬਹੁਤ ਜ਼ਿਆਦਾ ਵਿਸ਼ਵਾਸ ਹੈ, ਰੱਬ ਜਿੰਨਾ ਵਿਸ਼ਵਾਸ ਹੈ, ਮੇਰਾ ਭਰਾ ਰੱਬ ਆ। ਭਾਈਆ ਜੈਰਾਮ ਵੀ ਬੇਬੇ ਨਾਨਕੀ ਕੋਲੋਂ ਸੁਣ ਕੇ ਭਰੋਸਾ ਕਰਦੇ ਆ, ਪਰ ਕਦੇ ਕਦੇ ਚੁਗਲਖੋਰ ਆ ਕੇ ਭਾਈਆ ਜੈਰਾਮ ਨੂੰ ਭੜਕਾ ਜਾਂਦੇ ਆ। ਭਲਿਆ ਉਹ ਤੇਰਾ ਰਿਸ਼ਤੇਦਾਰ ਸਾਰਾ ਸਮਾਨ ਲਟਾਈ ਜਾਂਦਾ ਦੌਲਤ ਖਾਨ ਦਾ, ਤੇ ਜਿੱਦੇ ਹਿਸਾਬ ਹੋਇਆ ਤੇ ਉਹਦੇ ਘਾਟਾ ਪੈਣਾ ਤੇ ਤੈਨੂੰ ਦੇਣਾ ਪੈਣਾ। ਫਿਰ ਭਈਆ ਜੈਰਾਮ ਜੀ ਵਿਚਾਰੇ ਭਟਕ ਜਾਂਦੇ, ਕੋਈ ਸਤਨਾਮ ਸੀ। ਪਹਿਲੀ ਵਾਰ ਉਹਨਾਂ ਨੇ ਲੋਕਾਂ ਦੇ ਕਹਿਣ ਤੇ ਸੱਦ ਲਿਆ ਹਿਸਾਬ ਕਰਨ, ਔਰ ਬਾਬਾ ਜੀ ਨੇ ਚਾਬੀਆਂ ਵੀ ਰੱਖਤੀਆਂ ਤੇ ਹਿਸਾਬ ਵੀ ਬਰਾਬਰ ਕਰਤਾ, ਪੈਸੇ ਵੀ ਵੱਧ ਗਏ ਬਾਬਾ ਜੀ ਦੇ। ਔਰ ਕਹਿਣ ਲੱਗੇ, ਆਹ ਲਓ ਭਈਆ ਜੀ ਚਾਬੀਆਂ, ਆਪਾਂ ਇਹ ਜਿਹੜਾ ਕੰਮ ਨਹੀਂ ਕਰਨਾ ਜਿਹਦੇ ਚੋਂ ਘਾਟਾ ਪੈਂਦਾ ਹੋਵੇ। ਬੇਬੇ ਨਾਨਕੀ ਨੇ ਮਸਾਂ ਰੋਕਿਆ, ਨਹੀਂ ਵੀਰਾ ਐ ਨਾ ਕਰ, ਗਾਹਾਂ ਨੂੰ ਅਸੀਂ ਤੈਨੂੰ ਨਹੀਂ ਕਹਿੰਦੇ ਕੁਛ ਕਰਨ ਨੂੰ, ਤੁਸੀਂ ਮੋਦੀਖਾਨਾ ਸਾਂਭੋ। ਖੈਰ ਚਲੋ, ਫਿਰ ਪਾਤਸ਼ਾਹ ਨੇ ਸਾਂਭਿਆ। 3-4 ਵਾਰੀ ਹਿਸਾਬ ਕਿਤਾਬ ਹੋਇਆ। ਅਖੀਰਲੇ ਹਿਸਾਬ ਕਿਤਾਬ ਵੇਲੇ ਵੀ 780 ਰੁਪਈਏ ਬਾਬੇ ਨਾਨਕ ਦੇ ਦੌਲਤ ਖਾਨ ਕੰਨੀ ਵੱਧ ਗਏ, ਕਹੋ ਸਤਨਾਮ ਸ੍ਰੀ। ਤੋ ਮੀਰਾ ਬਾਈ ਜਿਹੜੀ ਸੀ ਗੁਰੂ ਪਿਆਰਿਓ, ਉਸ ਵੇਲੇ ਉਹਨੂੰ ਕੋਈ ਅਸਰ ਨਾ ਹੋਇਆ, ਤੇ ਕੁਝ ਦਿਨਾਂ ਬਾਅਦ ਫਿਰ ਉਹਨਾਂ ਬ੍ਰਾਹਮਣਾਂ ਨੇ ਭੜਕਾਤਾ ਰਾਣੇ ਨੂੰ, ਤੇ ਰਾਣੇ ਨੇ ਫਿਰ ਗੁਰੂ ਪਿਆਰਿਓ ਕੋਸ਼ਿਸ਼ ਕੀਤੀ ਵੀ ਯਾਰ ਇਹ ਰੁਕਦੀ ਨਹੀਂ, ਹੁਣ ਇਹਨੂੰ ਕੀ ਕਰੀਏ। ਇੱਕ ਜ਼ਹਿਰੀਲਾ ਸੱਪ ਮੰਗਾਇਆ ਜੋਗੀਆਂ ਤੋਂ, ਬਹੁਤ ਭਿਆਨਕ, ਔਰ ਗਹਿਣਿਆਂ ਵਾਲਾ ਡੱਬਾ ਹੁੰਦਾ ਜਿਹੜਾ ਸੁਨਿਆਰ ਦਿੰਦੇ ਆ, ਗਹਿਣਾ ਪਾ ਕੇ, ਹਾਰ ਪਾ ਕੇ ਆਪਾਂ ਨੂੰ, ਉਹਦੇ ਵਿੱਚ ਪਾ ਕਰਕੇ ਉਹ ਡੱਬਾ ਬੰਦ ਕਰਕੇ ਭੇਜਤਾ। ਔਰ ਮੀਰਾ ਨੂੰ ਕਹਿੰਦੇ, ਰਾਣੇ ਨੇ 9 ਲੱਖਾ ਹਾਰ ਬਣਾਇਆ ਤੇਰੇ ਲਈ, ਇਹਨੂੰ ਗਲ 'ਚ ਪਾ ਲਾ। ਤੇ ਕਹਿੰਦੇ ਰਾਣੀ ਉਸੇ ਤਰ੍ਹਾਂ ਗਾ ਰਹੀ ਸੀ, ਫਿਰ ਕਿਤੇ ਬੈਠੀ ਪਰਮੇਸ਼ਰ ਦੇ ਭਜਨ ਕਰ ਰਹੀ ਸੀ। ਔਰ ਜਦੋਂ ਜਾ ਕੇ ਸੇਵਾਦਾਰਾਂ ਨੇ ਇੱਦਾਂ ਕਿਹਾ ਕਿ ਆ ਇੱਕ ਹਾਰ ਬਣਾਇਆ ਰਾਜਾ ਸਾਹਿਬ ਨੇ, ਇਹਨੂੰ ਗਲ 'ਚ ਪਾ ਲਿਆ, ਤੇ ਉਸ ਨੇ ਉਸੇ ਮਸਤੀ ਦੇ ਵਿੱਚ, ਉਹਦੇ ਨੇਤਰਾਂ ਦੇ ਵਿੱਚ ਇਹ ਉਸ ਵੇਲੇ ਤਾਕਤ ਆ ਜਾਂਦੀ ਹੈ ਨਾਮ ਜਪਣ ਵਾਲੇ ਦੇ। ਨਜ਼ਰ ਜਿਨ੍ਹਾਂ ਦੀ ਕੀਮੀਆਂ ਕੌਡੀਆਂ ਕਰਦੇ ਲਾਲ, ਇਹ ਨਜ਼ਰ ਨਾਨਕ ਨਦਰੀ ਨਦਰ ਨਿਹਾਲ, ਇਹ ਵੀ ਬਚਨ ਹੈ ਬਾਣੀ ਦੇ ਵਿੱਚ।
ਇਹ ਕਿਸੇ ਫਕੀਰ ਦਾ ਬਚਨ ਹੈ। ਨਜ਼ਰ ਜਿਨ੍ਹਾਂ ਦੀ ਕੀਮੀਆਂ ਕੌਡੀਆਂ ਕਰਦੇ ਲਾਲ। ਤੇ ਜਿਸ ਵੇਲੇ ਉਸਨੇ ਉਸੇ ਤਰ੍ਹਾਂ ਗਾਉਂਦੀ ਗਾਉਂਦੀ ਨੇ ਡੱਬਾ ਖੋਲ੍ਹਿਆ ਤੇ ਉਹਦੀ ਨਿਗਾਹ ਪਈ ਡੱਬੇ ਤੇ, ਉਹ ਸੱਪ ਹਾਰ ਹੀ ਬਣ ਗਿਆ 9 ਲੱਖ ਦਾ। ਕਹੋ ਸਤਨਾਮ ਸ੍ਰੀ, ਚੱਕ ਕੇ ਗਲ 'ਚ ਪਾ ਲਿਆ। ਸੋ ਗੁਰੂ ਅਮਰਦਾਸ ਮਾਰ ਕਹਿੰਦੇ ਸਿੱਖੋ, ਜੇ ਗੁਰੂ ਦੀ ਸੇਵਾ ਸਿਮਰਨ ਕਰੀਏ ਤੇ ਇੰਨੀ ਪਾਵਰ ਆ ਜਾਂਦੀ ਹੈ ਸਿੱਖ ਦੇ ਵਿੱਚ। ਸਤਿਗੁਰ ਸੇਵੀਐ ਮਨ ਨਿਰਮਲਾ, ਜੇ ਗੁਰੂ ਨੂੰ ਸਿਮਰੀਏ, ਨਿਸ਼ੰਗ ਹੋ ਕੇ ਸਿਮਰੀਏ, ਬੇਪਰਵਾਹ ਦੁਨੀਆ ਤੋਂ ਹੋ ਕੇ। ਨਿਸ਼ੰਗ ਦਾ ਮਤਲਬ ਚੰਗੇ ਕੰਮ ਕਰਦਿਆਂ ਸੰਗਣਾ ਨਹੀਂ ਚਾਹੀਦਾ, ਮਾੜੇ ਕੰਮਾਂ ਤੋਂ ਸੰਗਣਾ ਚਾਹੀਦਾ। ਗੁਰੂ ਅਰਜਨ ਦੇਵ ਜੀ ਸੰਸਕ੍ਰਿਤੀ ਵਿੱਚ ਵੀ ਲਿਖਦੇ ਨੇ ਕਿ ਚੰਗੇ ਕੰਮ ਕਰਦੇ ਆ ਸੋਚੋ ਨਾ ਸੋਚੋ, ਮਾੜੇ ਕੰਮ ਕਰਦੇ ਆ ਉਹਨੂੰ ਦੇਰ ਕਰ ਦਿਓ। ਚੰਗੇ ਕੰਮ ਦੀ ਦੇਰ ਨਾ ਕਰੋ, ਮਾੜੇ ਕੰਮ ਤੇ ਦੇਰ ਲਾ ਦਿਓ, ਕਿਉਂਕਿ ਕੁਝ ਮਿੰਟਾਂ ਦੀ ਗੱਲ ਹੁੰਦੀ ਹੈ। ਚੰਗੇ ਕੰਮ ਨੂੰ ਲੇਟ ਪਾਦਾ, ਮੁੜ ਕੇ ਤੁਹਾਨੂੰ ਉਹ ਕਰਨਾ ਭੁੱਲ ਜਾਣਾ ਹੈ। ਮਾੜੇ ਕੰਮ ਨੂੰ ਜਲਦੀ ਕਰਤਾ ਤਾਂ ਉਹ ਹੋ ਜਾਣਾ, ਜੇ ਦੇਰ ਕਰਤੀ ਉਹ ਟਲ ਜਾਣਾ। ਕਹੋ ਸਤਨਾਮ ਸ੍ਰੀ। ਮੇਰੇ ਪ੍ਰੀਤਮ ਜੀ ਕਹਿੰਦੇ ਹਨ, ਸਤਿਗੁਰ ਸੇਵਿਆ ਮਨ ਨਿਰਮਲਾ, ਭਏ ਪਵਿੱਤ ਸਰੀਰ, ਮਨ ਆਨੰਦ ਸਦਾ ਸੁਖ ਪਾਇਆ, ਭੇਟਿਆ ਗਹਿਰ ਗੰਭੀਰ, ਸੱਚੀ ਸੰਗਤ ਬੈਸਣਾ। ਸਿੱਖੋ ਦੂਸਰੀ ਗੱਲ ਹੈ, ਚੰਗੀ ਸੰਗਤ ਕਰੋ। ਸੱਚ ਨਾਮ ਮਨ ਧੀਰ। ਔਰ ਜਦੋਂ ਕੋਈ ਰੱਬ ਦੇ ਪਿਆਰਿਆਂ ਦਾ ਅੰਤ ਲੈਣ ਲੱਗ ਜਾਂਦਾ ਨਾ, ਫਿਰ ਰੱਬ ਦੇ ਪਿਆਰੇ ਉਹਨਾਂ ਨੂੰ ਛੱਡ ਜਾਂਦੇ ਹੈ। ਤੇ ਦੱਸਦੀ ਹੈ ਮੀਰਾ ਬਾਈ ਦਾ ਸਰੀਰ ਵੀ ਨਹੀਂ ਮਿਲਿਆ ਸੰਸਕਾਰ ਵਾਸਤੇ। ਇੱਕ ਦਿਨ ਉਹ ਮੰਦਰ ਵਿੱਚ ਬੈਠੀ ਭਗਤੀ ਕਰਦੀ ਕਰਦੀ ਹੀ ਲੀਨ ਹੋ ਗਈ ਤੇ ਉਥੋਂ ਸਰੀਰ ਹੀ ਉਹਨਾਂ ਦਾ ਅਲੋਪ ਹੋ ਗਿਆ, ਗਾਇਬ ਹੋ ਗਿਆ। ਇਤਿਹਾਸਕਾਰ ਲਿਖਦੇ ਹੈ ਕਿ ਉਹ ਕ੍ਰਿਸ਼ਨ ਜੀ ਦੇ ਵਿੱਚ ਹੀ ਸਮਾ ਗਈ। ਜਿਸ ਦੀ ਅਰਾਧਿਆ ਹੁੰਦਾ ਉਹਦੇ ਵਿੱਚ ਹੀ ਸਮਾ ਜਾਂਦਾ ਨਾ। ਜਿਸ ਨੂੰ ਅਰਾਧਦੇ ਹਾਂ ਆਪਾਂ, ਅਸੀਂ ਗੁਰੂ ਪਾਤਸ਼ਾਹ ਨੂੰ ਸਿਮਰਦੇ ਹਾਂ, ਅਸੀਂ ਸ਼ਬਦ ਵਿੱਚ ਸਮਾਉਣਾ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਤੋ ਇਸ ਕਰਕੇ ਆਪਾਂ ਸ਼ਬਦ ਵਿੱਚੋਂ ਪੈਦਾ ਹੋਏ ਹਾਂ, ਸ਼ਬਦ ਵਿੱਚ ਹੀ ਸਮਾਉਣਾ। ਗੁਰੂ ਅਮਰਦਾਸ ਮਹਾਰਾਜ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਮਨ ਰੇ ਸਤਿਗੁਰ ਸੇਵਨ ਸੰਗ, ਸਤਿਗੁਰ ਸੇਵਿਐ ਹਰ ਮਨ ਵਸੈ। ਜਦੋਂ ਸਤਿਗੁਰ ਨੂੰ ਸਿਮਰਾਂਗੇ, ਸਤਿਗੁਰ ਦੀ ਸੇਵਾ ਕਰਾਂਗੇ, ਸਿਮਰਨ ਕਰਾਂਗੇ, ਹਰੀ ਤੁਹਾਡੇ ਮਨ 'ਚ ਆ ਜਾਣਾ। ਮਨ ਕਿੱਥੇ? ਅੱਖਾਂ ਵਿੱਚ। ਹਰੀ ਤੁਹਾਡੀਆਂ ਨੇਤਰਾਂ 'ਚ ਆ ਜਾਣਾ, ਹਰੀ ਤੁਹਾਡੀ ਰਸਨਾ 'ਤੇ ਆ ਜਾਣਾ, ਹਰੀ ਤੁਹਾਡੇ ਕੰਨਾਂ 'ਚ ਆ ਜਾਣਾ। ਗੁਰਮੁਖ ਰੋਮ ਰੋਮ ਹਰ ਧਿਆਵੇ, ਰੋਮ ਰੋਮ ਵਿੱਚ ਹਰੀ ਦਾ ਵਾਸਾ ਹੋ ਜਾਣਾ। ਕੋ ਸਤਨਾਮ ਸ੍ਰੀ। ਐਸੀ ਕਿਰਪਾ ਹੋ ਜਾਣੀ ਆ। ਸਤਿਗੁਰ ਸੇਵਿਆ ਹਰ ਮਨ ਵਸੈ। ਤੇ ਫਿਰ ਕੀ ਹੋਵੇਗਾ? ਲੱਗੈ ਨਾ ਮੈਲ ਪਤੰਗ। ਪਤੰਗ, ਪਤੰਗ ਕੀ ਹੈ ਭਲਾ? ਇੱਕ ਤਾਂ ਪਤੰਗ ਉਡਾਉਣ ਵਾਲਾ, ਜਿਹੜੇ ਬੱਚੇ ਉਡਾ ਰਹੇ ਹੈ। ਇੱਥੇ ਪਤੰਗ ਦਾ ਮਤਲਬ ਜਿਹੜੇ ਚੰਗਿਆੜੇ ਅੱਗ ਚੋਂ ਉੱਡਦੇ ਆ, ਨਿੱਕੇ ਨਿੱਕੇ ਪਤੰਗੇ। ਇੰਨੀ ਵੀ ਮੈਲ ਤੈਨੂੰ ਨਹੀਂ ਲੱਗੂਗੀ ਜੇ ਤੂੰ ਆਹ ਕੰਮ ਕਰ ਲਵੇਂ। ਸਿੱਖਾ, ਚੰਗੀ ਸੰਗਤ ਕਰਿਆ ਕਰ, ਗੁਰੂ ਦੀ ਸੇਵਾ ਕਰਿਆ ਕਰ ਤੇ ਸਿਮਰਨ ਕਰਿਆ ਕਰ, ਤੇਰਾ ਮਨ ਕਦੇ ਗੰਦਾ ਹੋਵੇਗਾ ਹੀ ਨਹੀਂ। ਕੋਈ ਸਤਨਾਮ ਸ੍ਰੀ। ਲੱਗੇ ਨਾ ਮੈਲ ਪਤੰਗ, ਇੰਨੀ ਕਵੀ। ਸਤਿਗੁਰ ਸੇਵਿਆ ਮਨ ਵਸ ਵਸ, ਹਰ ਮਨ ਵਸੈ। ਜਦੋਂ ਹਰੀ ਵਸ ਗਿਆ, ਫਿਰ ਉਹਦੇ ਅੰਦਰ ਕਿਸੇ ਦੇ ਪ੍ਰਤੀ ਮਾੜੀ ਸੋਚ ਨਹੀਂ। ਮੈਲ ਕਿਹੜੀ ਹੈ ਇਹ? ਇੱਕ ਕੁੜਤੇ ਵਾਲੀ ਮੈਲ ਨਹੀਂ, ਇਹ ਵਿਸ਼ੇ ਵਿਕਾਰਾਂ ਦੀ ਮੈਲ ਹੈ, ਈਰਖਾ ਦੀ ਮੈਲ ਹੈ, ਦੁਈ ਦਵੈਤ ਦੀ ਮੈਲ ਹੈ, ਨਿੰਦਿਆ ਚੁਗਲੀ ਦੀ ਮੈਲ ਹੈ। ਫਿਰ ਉਹ ਇਹ ਕੰਮ ਨਹੀਂ ਕਰਦੇ ਜਦੋਂ ਹਿਰਦੇ ਵਿੱਚ ਹਰੀ ਦੇ ਨਾਮ ਦਾ ਵਾਸਾ ਹੋ ਗਿਆ। ਕੋ ਸਤਨਾਮ ਸ੍ਰੀ। ਹਰੀ ਸਿੰਘ ਨਲੂਆ, ਉਹਨਾਂ ਦੇ ਬਾਰੇ ਤੁਸੀਂ ਜਾਣਦੇ ਹੋ। ਉਹਨਾਂ ਦੇ ਕੋਲ ਇੱਕ ਮੁਸਲਮਾਨ ਬੇਗਮ ਇਸਤਰੀ ਆਈ ਔਰ ਬੜੀ ਹਰੀ ਸਿੰਘ ਨਲੂਏ ਦੀ ਤਾਕਤ ਸੀ ਔਰ ਸ਼ੇਰ ਨੂੰ ਜਵਾੜਿਆਂ ਤੋਂ ਫੜ ਕੇ ਉਹਦਾ ਮੂੰਹ ਪਾੜ ਕੇ ਮਾਰ ਦਿੰਦੇ ਸੀ। ਕੋਈ ਸਤਨਾਮ ਸੀ, ਇੰਨੀ ਤਾਕਤ ਉਹਨਾਂ ਵਿੱਚ ਸੀ। ਤਾਂ ਉਸਨੇ ਸੋਚਿਆ ਕਿਉਂ ਨਾ ਇਹਦੇ ਵਰਗਾ ਮੇਰਾ ਪੁੱਤਰ ਹੋਵੇ। ਇਹ ਮਾੜੀ ਸੋਚ ਲੈ ਕੇ ਉਹ ਬੀਬੀ ਉਹਦੇ ਕੋਲ ਆਈ, ਕਹਿਣ ਲੱਗੀ ਮੈਂ ਇੱਕ ਇੱਛਾ ਲੈ ਕੇ ਆਈ ਹਾਂ, ਦੱਸੋ ਮੈਨੂੰ ਤੁਹਾਡੇ ਵਰਗਾ ਪੁੱਤਰ ਚਾਹੀਦਾ। ਜੋਸ਼ 'ਚ ਆ ਗਏ, ਅੱਖਾਂ ਲਾਲ ਹੋ ਗਈਆਂ। ਤੂੰ ਕੀ ਲੈਣ ਆਈ ਆ? ਸੋਚ ਕੇ ਕੀ ਆਈ ਆ ਤੂੰ ਇੱਥੇ? ਚਲੀ ਜਾ ਇੱਥੋਂ। ਥਰ ਥਰ ਕੰਬਣ ਲੱਗੀ, ਤੁਰ ਵੀ ਪਈ ਪੁੱਠੀ। ਕਹਿੰਦੀ ਮੈਂ ਸੋਚਿਆ ਸੀ ਬਾਬੇ ਨਾਨਕ ਦੇ ਘਰ ਤੋਂ ਸਭ ਕੁਝ ਮਿਲਦਾ, ਪਰ ਅੱਜ ਮੈਂ ਖਾਲੀ ਜਾ ਰਹੀ ਹਾਂ ਇੱਕ ਸਿੱਖ ਦੇ ਬਾਰ 'ਚੋਂ।
ਉਹ ਕਹਿੰਦਾ ਖੜ ਜਾ, ਵਾਪਸ ਆ। ਫਿਰ ਉਹਨੇ ਸੋਚਿਆ ਵੀ ਸ਼ਾਇਦ ਇਹਦਾ ਮਨ ਬਦਲ ਗਿਆ ਹੋਣਾ। ਕਹੋ ਸਤਨਾਮ ਸੀ। ਵਾਪਸ ਆਈ ਤੇ ਉਹਨੇ ਇੱਕ ਲੋਈ ਚੱਕੀ, ਬੜੀ ਦਸ਼ਾਲਾ ਕੀਮਤੀ ਚੱਕਿਆ, ਔਰ ਉਹਦੇ ਸਿਰ ਤੇ ਪਾ ਕਰਕੇ ਉਹਦੇ ਪੈਰਾਂ 'ਚ ਮੱਥਾ ਟੇਕ ਕੇ ਕਹਿੰਦਾ ਅੱਜ ਤੋਂ ਤੂੰ ਮੇਰੀ ਮਾਂ ਹੋਈ ਤੇ ਮੈਂ ਤੇਰਾ ਪੁੱਤਰ ਹੋਇਆ, ਮੇਰੇ ਵਰਗਾ ਮੈਂ ਹੀ ਆ, ਹੋਰ ਨਹੀਂ ਹੋ ਸਕਦਾ। ਕਹੋ ਸਤਨਾਮ ਸੀ। ਹੁਣ ਤੂੰ ਲਾਂਭਾ ਨਹੀਂ ਦੇ ਸਕਦੀ ਮੇਰੇ ਬਾਪੂ ਨਾਨਕ ਨੂੰ ਵੀ ਮੈਂ ਖਾਲੀ ਗਈ ਹਾਂ, ਮੈਂ ਤੇਰਾ ਪੁੱਤਰ ਹਾਂ, ਤੂੰ ਮੇਰੀ ਮਾਂ ਹੈ। ਤੋ ਇਹ ਐਸਾ ਜਿਹੜਾ ਹੈ ਗੁਰੂ ਪਾਤਸ਼ਾਹ ਜੀ ਨੇ ਸਾਡਾ ਚਾਲ ਚੱਲਣ ਬਣਾਇਆ, ਇਹ ਗੁਰਬਾਣੀ ਦਾ ਸਦਕਾ, ਸਿਮਰਨ ਭਜਨ ਬੰਦਗੀ ਸੇਵਾ ਦਾ ਸਦਕਾ ਹੀ ਆ ਸਿੱਖ ਦਾ ਇਹ ਚਾਲ ਚੱਲਣ ਹੈ ਜਿਹੜਾ। ਔਰ ਅੱਜ ਦੁਨੀਆ ਭਰ ਦੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਿੱਖ ਕਿਹੋ ਜਿਹਾ ਹੁੰਦਾ ਹੈ, ਕਿਉਂਕਿ ਪਹਿਲਾਂ ਪਤਾ ਨਹੀਂ ਸੀ ਨਾ। ਦਿੱਲੀ ਜਦ ਗਏ ਅੰਦੋਲਨ ਤੇ ਖਾਲਸਾ ਕਿਸਾਨ ਗਏ, ਪੰਜਾਬ ਦੇ ਲੋਕ ਗਏ, ਫਿਰ ਪਤਾ ਲੱਗਿਆ ਵੀ ਯਾਰ ਪੰਜਾਬੀ ਆਹ ਸਿੱਖ ਹੈ ਜੀ। ਲੋਕ ਅੱਤਵਾਦੀ ਕਹਿੰਦੇ ਆ, ਕਿਉਂਕਿ ਲੋਕਾਂ ਨੇ ਸਾਡਾ ਨਾਂ ਹੀ ਬਦਨਾਮ ਕਰਤਾ ਸੀ। ਇਹ ਗੁਰੂ ਨੇ ਬੜੀ ਕਿਰਪਾ ਕੀਤੀ, ਇਸ ਬਹਾਨੇ ਲੋਕਾਂ ਨੂੰ ਇਹ ਤਾਂ ਪਤਾ ਲੱਗ ਗਿਆ ਨਾ ਵੀ ਸਿੱਖ ਸਭ ਦਾ ਭਲਾ ਚਾਹੁੰਦਾ ਹੈ, ਸਿੱਖ ਕਿਸ ਦਾ ਨੁਕਸਾਨ ਨਹੀਂ ਕਰਦਾ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿ ਹੋਏ। ਤੇ ਸਿੱਖ ਵੀ ਤਾਂ ਸਤਿਗੁਰ ਦੇ ਹੀ ਹੈ ਨਾ। ਪਰ ਕਾ ਬੁਰਾ ਨਾ ਰਾਖੋ ਜੀ, ਤਾਂ ਸਭ ਦਾ ਭਲਾ ਸੋਚਾਂਗੇ ਫਿਰ ਸਾਡਾ ਭਲਾ ਆਟੋਮੈਟਿਕ ਹੀ ਹੋ ਜਾਣਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਸਾਡਾ ਭਲਾ ਵਿੱਚ ਹੀ ਆ ਗਿਆ। ਮੇਰੇ ਪ੍ਰੀਤਮ ਜੀ ਕਹਿੰਦੇ ਸਤਿਗੁਰ ਸੇਵਿਐ ਹਰ ਮਨ ਵਸੈ, ਲੱਗੈ ਨ ਮੈਲ ਪਤੰਗ। ਇੰਨੀ ਵੀ ਸੋਚ ਮਾੜੀ ਤੁਹਾਡੇ ਦਿਮਾਗ 'ਚ ਨਹੀਂ ਆਵੇਗੀ, ਅੱਗ ਦੇ ਚੰਗਿਆੜੇ ਜਿੰਨੀ, ਪਤੰਗੇ ਜਿੰਨੀ। ਕਹੋ ਸਤਨਾਮ ਸ੍ਰੀ। ਰਹਾਉ ਦੀਆਂ ਇਹ ਦੋ ਪੰਕਤੀਆਂ, ਇਹਨਾਂ ਵਿੱਚ ਪੂਰੇ ਸ਼ਬਦ ਦਾ ਮੇਨ ਭਾਵ ਹੁੰਦਾ ਹੈ। ਰਹਾਉ ਦਾ ਸ਼ਬਦ ਕਹਿੰਦਾ ਰੁਕੋ, ਰਹਿ ਆਓ, ਦੋ ਸ਼ਬਦ ਜੋੜ ਕੇ ਬਣਾਇਆ। ਰਹਿ ਰੁਕੋ, ਆਓ। ਕਿੱਧਰ ਆਓ? ਪਿੱਛੇ ਜਾਓ। ਕੀ ਪੜ੍ਹ ਕੇ ਆਇਓ? ਇਹਨੂੰ ਵਿਚਾਰ ਕੇ ਆਓ ਪਹਿਲਾਂ, ਫਿਰ ਅੱਗੇ ਚੱਲਾਂਗੇ। ਕਹੋ ਸਤਨਾਮ ਸ੍ਰੀ। ਰਹਾਉ ਦੀਆਂ ਪੰਕਤੀਆਂ ਪੂਰੇ ਸ਼ਬਦ ਦਾ ਮੇਨ ਭਾਵ ਹੁੰਦਾ ਹੈ। ਔਰ ਰਹਾਉ ਕਹਿੰਦਾ ਰੁਕੋ, ਪੜ੍ਹ ਕੇ ਗਾਣਾ ਟੱਪੋ, ਪੜ੍ਹ ਕੇ ਗੱਡੇ ਨਾ ਲੱਦੋ, ਪਹਿਲਾਂ ਵਿਚਾਰੋ ਸ਼ਬਦ ਨੂੰ, ਫਿਰ ਅੱਗੇ ਪੜ੍ਹੋ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਜੇ ਵਿਚਾਰੋਗੇ ਤਾਂ ਇਹ ਬਾਣੀ ਮਹਾਪੁਰਖ ਕੀ, ਪਰਮੇਸ਼ਰ ਦੀ। ਫਿਰ ਕੀ ਕਰੂ? ਨਿਜ ਘਰ ਵਾਸਾ ਹੋਏ, ਤੁਹਾਨੂੰ ਆਪਦੇ ਦੇਸ਼ ਲੈ ਜਾਊਗੀ। ਬਸ ਆਹੀ ਤਾਂ ਕੰਮ ਹੈ ਜ਼ਿੰਦਗੀ ਦਾ। ਕਹੋ ਸਤਨਾਮ ਸੀ। ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰ ਆਪ ਨਿਵਾਰੇ, ਅਪਦਾ ਭਈ ਬਤੀਤ। ਇਹ ਬਾਣੀ ਸਾਨੂੰ ਘਰੇ ਲੈ ਜਾਓ ਆਪਦੇ। ਜਾਣਾ ਤੇ ਬਾਣੀ ਨਾਲ ਜੁੜੋ। ਗੁਰਬਾਣੀ ਬਣੀਏ ਭਾਈ, ਗੁਰਬਾਣੀ ਬਣ ਜੀਏ, ਭਾਵ ਗੁਰਬਾਣੀ ਵਰਗੇ ਬਣ ਜੀਏ। ਪਾਂਡਵਾਂ ਨੂੰ ਤੇ ਕੌਰਵਾਂ ਨੂੰ ਉਹਨਾਂ ਦਾ ਜਿਹੜਾ ਸਿੱਖਿਆ ਗੁਰੂ ਹੈ, ਵਿਦਿਆ ਗੁਰੂ ਹੈ, ਪੜ੍ਹਾਉਂਦਾ ਹੈ। ਉਹਦੇ ਵੀ ਦੁਰਯੋਧਨ ਵਰਗੇ ਵੀ ਜਾਂਦੇ ਆ ਪੜ੍ਹਨ ਵਾਸਤੇ, ਪੰਜੇ ਪਾਂਡਵ ਵੀ ਜਾਂਦੇ ਆ ਪੜ੍ਹਨ ਵਾਸਤੇ। ਔਰ ਉਸ ਨੇ ਇੱਕ ਦਿਨ ਇੱਕ ਬੱਚਿਆਂ ਨੂੰ ਪਾਠ ਦਿੱਤਾ ਹੈ, ਲੈ ਵੀ ਕੱਲ ਨੂੰ ਯਾਦ ਕਰਕੇ ਆਇਓ ਤੁਸੀਂ, ਕੀ ਵੀ ਬੰਦੇ ਨੂੰ ਸੱਚ ਬੋਲਣਾ ਚਾਹੀਦਾ। ਕਹੋ ਸਤਨਾਮ ਸੀ। ਔਰ ਦੂਜੇ ਦਿਨ ਫਿਰ ਬੱਚੇ ਸਕੂਲ 'ਚ ਗਏ ਪੜ੍ਹਨ ਵਾਸਤੇ। ਮਾਸਟਰ ਕਹਿੰਦਾ ਸੁਣਾਓ, ਸਾਰਿਆਂ ਨੇ ਸੁਣਾਤਾ ਬੰਦੇ ਨੂੰ ਸੱਚ ਬੋਲਣਾ ਚਾਹੀਦਾ। ਔਰ ਪਾਂਡਵਾਂ ਦਾ ਇੱਕ ਵੱਡਾ ਭਾਈ ਹੈ ਯੁਧਿਸ਼ਟਰ, ਉਹਨੂੰ ਸੱਚ ਪੁੱਤਰ ਕਹਿੰਦੇ ਆ। ਧਰਮਰਾਜ ਦਾ ਪੁੱਤਰ ਵੀ ਕਹਿੰਦੇ ਆ ਉਸ ਨੂੰ, ਸੱਚ ਪੁੱਤਰ ਵੀ ਕਹਿੰਦੇ ਆ, ਧਰਮ ਪੁੱਤਰ ਵੀ ਕਹਿੰਦੇ ਆ। ਉਹਨੂੰ ਕਹਿੰਦੇ ਵੀ ਸੁਣਾ ਤੂੰ। ਕਹਿੰਦਾ ਮੇਰੇ ਹਲੇ ਯਾਦ ਨਹੀਂ ਹੋਇਆ। ਕਹੋ ਸਤਨਾਮ। ਕਿਉਂ, ਇਹ ਕਿੱਡੀ ਗੱਲ ਸੀ ਬਈ? ਕਹਿੰਦਾ ਨਹੀਂ ਯਾਦ ਨਹੀਂ ਹੋਇਆ। ਉਹਨੇ ਕਈ ਦਿਨ ਨਹੀਂ ਸੁਣਾਇਆ, ਤੇ ਜਦੋਂ ਉਸ ਨੇ ਫੀਲ ਕਰ ਲਿਆ ਵੀ ਹੁਣ ਮੈਂ ਝੂਠ ਨਹੀਂ ਬੋਲੂੰਗਾ, ਫਿਰ ਕਿਹਾ ਵੀ ਸੱਚ ਬੋਲਣਾ ਚਾਹੀਦਾ। ਕਹੋ ਸਤਨਾਮ ਸ੍ਰੀ। ਤੋ ਗੁਰਬਾਣੀ ਬਣੀਏ ਭਾਈ। ਗੁਰਬਾਣੀ ਕਿਵੇਂ ਬਣੀਏ? ਜੋ ਗੁਰਬਾਣੀ ਕਹਿੰਦੀ ਹੈ ਉਵੇਂ ਚੱਲਣਾ ਸ਼ੁਰੂ ਕਰ ਦਈਏ, ਜ਼ਿੰਦਗੀ ਦੇ ਵਿੱਚ ਧਾਰਨ ਕਰ ਲਈਏ ਗੁਰਬਾਣੀ ਨੂੰ। ਪ੍ਰੀਤਮ ਜੀ ਕਹਿੰਦੇ ਰਹਾਉ ਸੱਚੇ ਸ਼ਬਦ ਪਤਿ ਉਪਜੈ, ਸੱਚੇ ਸੱਚਾ ਨਾਉ ਸਿੱਖੋ। ਜੇ ਮਨ ਪਵਿੱਤਰ ਹੋ ਗਿਆ, ਸਰੀਰ ਵੀ ਪਵਿੱਤਰ ਹੋ ਜਾਣਾ ਹੈ। ਸਰੀਰ ਪਵਿੱਤਰ ਹੋ ਜਾਣਾ, ਤੇਰੀ ਇੱਜ਼ਤ ਹੋਣੀ ਆ। ਇਸ ਨਾਮ ਦੇ ਨਾਲ ਜੁੜ ਕਰਕੇ, ਸੱਚ ਦੇ ਸ਼ਬਦ ਨਾਲ ਜੁੜ ਕਰਕੇ ਤੇਰੀ ਇੱਜ਼ਤ ਪੈਦਾ ਹੋਊਗੀ। ਇੱਥੇ ਦੁਨੀਆ ਵਿੱਚ ਵੀ ਤੈਨੂੰ ਵਡਿਆਈ ਮਿਲਣੀ ਆ, ਤੇ ਦਰਗਾਹ ਵਿੱਚ ਵੀ। ਰੇ ਰੇ ਦਰਗਹਿ ਕਹੈ ਨ ਕਉ, ਆਓ ਬੈਠ ਆਦਰ ਸੁਭ ਦਿਓ। ਦਰਗਾਹ ਵਿੱਚ ਵੀ ਤੈਨੂੰ ਸਤਿਕਾਰ ਮਿਲਣਾ, ਇੱਥੇ ਵੀ। ਲੋਕ ਸੁਖੀਆ ਤੇ ਪਰਲੋਕ ਸੁਹੇਲਾ ਹੋ ਜਾਣਾ। ਸੱਚੇ ਸ਼ਬਦ ਪਤ ਉਪਜੈ, ਸੱਚੇ ਸੱਚਾ ਨਾਉ
ਜਿਨੀ ਹਉ ਮੈਂ ਮਾਰ ਪਛਾਣਿਆ। ਉਹ ਨਾਉ ਸ਼ਬਦ ਗੁਰੂ ਦਾ ਬਖਸ਼ਿਆ ਮੰਤਰ ਜਿਨ੍ਹਾਂ ਨੇ ਆਪਣੇ ਹੰਕਾਰ ਨੂੰ ਖਤਮ ਕਰਕੇ ਪਛਾਣਨਾ ਕੀਤਾ। ਕਿਉਂਕਿ ਹੰਕਾਰ ਦੇ ਵਿੱਚ ਜਦੋਂ ਮਨੁੱਖ ਦੇ ਦਿਮਾਗ ਤੇ ਇਹਨਾਂ ਪੰਜਾਂ ਚੋਂ ਕਿਸੇ ਦਾ ਵੀ ਅਸਰ ਹੋਵੇ ਉਦੋਂ ਅੱਖਾਂ ਵੀ ਕੰਮ ਛੱਡ ਜਾਂਦੀਆਂ, ਕੰਨ ਵੀ ਕੰਮ ਛੱਡ ਜਾਂਦੇ ਆ। ਇਸੇ ਕਰਕੇ ਕਿਹਾ ਮਾਇਆ ਧਾਰੀ ਅਤ ਅੰਨਾ ਬੋਲਾ। ਕਿੰਨੇ ਕਿਸਾਨ ਮਰ ਗਏ, ਕਿੰਨਾ ਰੌਲਾ ਪੈ ਰਿਹਾ, ਸਾਰਾ ਸੰਸਾਰ ਰੌਲਾ ਪਾ ਰਿਹਾ, ਕਾਨੂੰਨ ਖਤਮ ਕਰੋ, ਕਾਨੂੰਨ ਖਤਮ ਕਰੋ। ਪਰ ਉਹ ਮਾਇਆ ਧਾਰੀ ਅੰਨੇ ਬੋਲੇ ਹੋ ਚੁੱਕੇ ਆ, ਉਹਨਾਂ ਦੇ ਕੰਨਾਂ ਤੱਕ ਉਹਨਾਂ ਦੀ ਆਵਾਜ਼ ਪਹੁੰਚ ਹੀ ਨਹੀਂ ਰਹੀ। ਕਹੋ ਸਤਨਾਮ ਸ੍ਰੀ। ਇਹ ਮਨੁੱਖ ਉਦੋਂ ਅੰਨਾ ਬੋਲਾ ਹੋ ਜਾਂਦਾ। ਇਸ ਕਰਕੇ ਬਾਬਾ ਜੀ ਕਹਿੰਦੇ ਜੇ ਗੱਲ ਸੁਣਨੀ ਆ ਨਾ, ਪਹਿਲਾਂ ਇਹਨਾਂ ਵਿਕਾਰਾਂ ਨੂੰ ਛੱਡ। ਜਿੰਨੀ ਹਉਮੈ ਮਾਰ ਪਛਾਣਿਆ। ਨਾਮ ਦੀ ਪਛਾਣ ਉਦੋਂ ਆਊਗੀ, ਗੁਰੂ ਦੀ ਸਮਝ ਉਦੋਂ ਆਊਗੀ, ਗੁਰੂ ਦੀ ਮਹਿਮਾ ਉਦੋਂ ਪਤਾ ਲੱਗੂਗੀ ਜਦੋਂ ਤੇਰੇ ਦਿਮਾਗ ਤੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਪ੍ਰਭਾਵ ਖਤਮ ਹੋ ਗਿਆ। ਜਿੰਨਾ ਚਿਰ ਇਹਨਾਂ ਦਾ ਪ੍ਰਭਾਵ ਹੈ ਉਹਨਾਂ ਚ ਇਹ ਅੰਗ ਕੰਮ ਛੱਡ ਜਾਂਦੇ ਆ। ਕਹੋ ਸਤਨਾਮ ਸ੍ਰੀ। ਦੁਨੀਆ 'ਚ ਨਿਗਾਹ ਮਾਰ ਕੇ ਦੇਖ ਲਓ, ਦੁਨੀਆ ਨੂੰ ਦੁੱਖ ਦੇਣ ਵਾਲੇ, ਗਰੀਬਾਂ ਨੂੰ ਦੁੱਖ ਦੇਣ ਵਾਲੇ, ਲੜਕੀਆਂ ਦੀ ਬੇਪਤੀ ਕਰਨ ਵਾਲੇ, ਕੀ ਉਹਨਾਂ ਦੇ ਕੰਨ ਹੁੰਦੇ ਨਹੀਂ? ਹੁੰਦੇ ਤਾਂ ਹੈ, ਪਰ ਸੁਣਦੇ ਨਹੀਂ ਉਹਨਾਂ ਨੂੰ। ਉਹਨਾਂ ਦਾ ਰੌਲਾ, ਉਹਨਾਂ ਦਾ ਬਿਲਾਪ ਕੁਰਲਾਪ, ਦੁਨੀਆ ਦਾ ਰੌਲਾ, ਗਰੀਬਾਂ ਦਾ ਰੌਲਾ ਇਹਨਾਂ ਲੋਕਾਂ ਨੂੰ ਸੁਣਦਾ ਹੀ ਨਹੀਂ, ਕਿਉਂਕਿ ਇਹਨਾਂ ਦੇ ਦਿਮਾਗ ਤੇ ਹੰਕਾਰ ਦਾ ਪਰਦਾ ਪਿਆ ਹੋਇਆ। ਕਹੋ ਸਤਨਾਮ ਸ੍ਰੀ। ਤਾਂ ਗੁਰੂ ਅਮਰਦਾਸ ਜੀ ਕਹਿੰਦੇ ਸਿੱਖੋ ਇਹ ਹੰਕਾਰ ਪਾਸੇ ਕਰਕੇ ਗੁਰੂ ਦੀ ਸਮਝ ਆਉਣੀ ਆ। ਕਿਉਂਕਿ ਅਮਰਦਾਸ ਜੀ ਨੇ ਆਪ ਦੇਖਿਆ। ਇੱਥੇ ਸੰਸਾਰ ਕਹਿ ਦਿੰਦਾ ਹੈ ਅਸੀਂ ਮੁੰਡੇ ਵਾਲਿਆਂ ਵੱਲੋਂ ਆ, ਤੁਸੀਂ ਕੁੜੀ ਵਾਲਿਆਂ ਵੱਲੋਂ। ਕਹੋ ਸਤਨਾਮ। ਅਸੀਂ ਵੱਡੇ ਆ, ਤੁਸੀਂ ਛੋਟੇ ਹੋ। ਪਰ ਗੁਰੂ ਅਮਰਦਾਸ ਦੀ ਭਤੀਜ ਨੂੰ ਹੈ, ਗੁਰੂ ਅੰਗਦ ਦੇਵ ਦੀ ਪੁੱਤਰੀ। ਕਹੋ ਸਤਨਾਮ ਸੀ। ਮੁੰਡੇ ਵਾਲਿਆਂ ਵੱਲੋਂ ਆ ਨਾ, ਕੁੜਮ ਹੈ ਉਹਨਾਂ ਦੇ, ਚਾਚੇ ਸਹੁਰੇ ਸੀ ਜਾਂ ਤਾਏ ਸਹੁਰੇ ਸੀ ਬੀਬੀ ਅਮਰੋ ਦੇ। ਤੇ ਜਿਸ ਵੇਲੇ ਬੀਬੀ ਅਮਰੋ ਜੀ ਅਮਰਦਾਸ ਮਹਾਰਾਜ ਜੀ ਨੂੰ ਅੰਗਦ ਦੇਵ ਜੀ ਦੇ ਕੋਲ ਲੈ ਕੇ ਜਾਂਦੀ ਆ, ਗੁਰੂ ਅੰਗਦ ਦੇਵ ਜੀ ਸਤਿਕਾਰ ਕਰਦੇ ਆ, ਕੁੜਮ ਆਇਆ ਮੇਰਾ ਗਲਵੱਕੜੀ 'ਚ ਲੈਣ ਵਾਸਤੇ। ਪਰ ਇਹ ਉਹਨਾਂ ਦੀ ਉਮਰ 30-32 ਸਾਲ ਦੀ ਹੋਣੀ ਆ, 25-30 ਸਾਲ ਦੀ, 30-32 ਸਾਲ ਦੀ ਹੋਣੀ ਆ। ਗੁਰੂ ਅਮਰਦਾਸ ਜੀ 60-65 ਸਾਲ ਦੇ ਆ। ਉਹ ਸਤਿਕਾਰ ਕਰਦੇ ਹੋਏ ਗਲਵੱਕੜੀ 'ਚ ਲੈਣ ਲੱਗੇ, ਪਰ ਇਹ ਵੱਡੀ ਉਮਰ ਦੇ ਮੁੰਡੇ ਵਾਲਿਆਂ ਵੱਲੋਂ ਕੁੜਮ ਪੈਰਾਂ 'ਚ ਪੈ ਗਏ। ਕਹਿੰਦੇ ਨਹੀਂ, ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ, ਸਿੱਖ ਬਣ ਕੇ ਆਇਆ। ਇਹ ਸਮਝੀ ਤਾਂ ਆਉਣੀ ਆ ਗੁਰੂ ਦੀ ਜੇ ਅਸੀਂ ਹੰਕਾਰ ਛੱਡ ਕੇ ਆਵਾਂਗੇ। ਕਹੋ ਸਤਨਾਮ ਸੀ। ਕਬੀਰ ਸਾਹਿਬ ਜੀ ਇਹੀ ਕਹਿੰਦੇ ਆ, ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜਾ ਕੋਏ। ਹੁਣ ਇਹ ਤਾਂ ਨਹੀਂ ਕਿਹਾ ਵੀ ਕੱਲੇ ਕੱਲੇ ਜਾਓ, ਕਿਸੇ ਨਾਲ ਨਹੀਂ ਲੈ ਕੇ ਜਾਣਾ। ਆਪਾਂ ਤਾਂ ਯਾਤਰਾ ਤੇ ਗੱਡੀਆਂ ਭਰ ਕੇ ਲਿਜਾਂਦੇ ਆ। ਬਸ ਆਹ ਚੀਜ਼ ਛੱਡ ਕੇ ਆਉਣੀ ਹੈ। ਇਹਨਾਂ ਪੰਜਾਂ ਨੂੰ ਘਰੇ ਛੱਡ ਆਇਓ ਵੀ ਤੁਸੀਂ ਨਾਲ ਨਹੀਂ ਜਾਣਾ। ਨਾ ਕੋਈ ਡਿਊਟੀ ਦੀ ਪਦਵੀ, ਨਾ ਕੋਈ ਡੀਸੀ ਪੁਣਾ, ਨਾ ਕੋਈ ਸਰਕਾਰੀ ਪੁਣਾ, ਨਾ ਕੋਈ ਕੁਰਸੀ ਦਾ ਹੰਕਾਰ। ਇਹ ਸਭ ਕੁਝ ਘਰੇ ਛੱਡ ਕੇ ਇੱਕ ਸਿੱਖ ਬਣ ਕੇ ਆਇਓ, ਫੇਰ ਗੁਰੂ ਦੀ ਸਮਝ ਆਉਣੀ ਆ। ਵਰਨਾ ਤੁਸੀਂ ਪਹਿਲਾਂ ਹੀ ਭਾਂਡਾ ਭਰੀ ਫਿਰਦੇ ਹੋ, ਫਿਰ ਨਾਮ ਕਿੱਥੇ ਪੈਣਾ। ਕਹੋ ਸਤਨਾਮ ਸੀ। ਰਸ ਸੋਇਨਾ ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ। ਸਾਡੇ ਕੋਲੇ ਗੱਡੀ ਬੜੀ ਵਧੀਆ, ਘੋੜਾ ਲੱਖ ਰੁਪਏ ਦਾ। ਪਹਿਲਾਂ ਘੋੜੇ ਵਾਲੇ ਹੁੰਦੇ ਸੀ ਲੋਕਾਂ ਕੋਲੇ, ਉਦੋਂ ਵੱਡੇ ਵੱਡੇ ਕੀਮਤੀ ਘੋੜੇ ਹੁੰਦੇ ਸੀਗੇ। ਅੱਜ ਵੀ ਕੀਮਤੀ ਘੋੜੇ ਹੈ, ਲੱਖਾਂ ਰੁਪਈਆਂ ਦੇ ਹੈ। ਪਰ ਜਿਹਦੇ ਕੋਲੇ ਹੈ ਉਹਨੂੰ ਮਾਣਤਾ ਹੁੰਦਾ ਨਾ। ਅੱਜ ਕੱਲ੍ਹ ਗੱਡੀਆਂ ਦਾ ਮਾਣ ਹੈ, ਸਾਡੇ ਕੋਲੇ ਔਡੀ ਹੈ, ਸਾਡੇ ਕੋਲੇ ਇਹ, ਸਾਡੇ ਕੋਲੇ ਬਹੁ। ਇਹਨਾਂ ਚੀਜ਼ਾਂ ਦਾ ਵੀ ਦੁਨੀਆ ਰਸ ਪੀਂਦੀ ਹੈ। ਧਿਆਨ ਦਿਓ, ਕਿਸੇ ਕੋਲੇ ਸੋਨੇ ਦਾ ਰਸ ਹੈ, ਨਾਮ ਰਸ ਹੋਇਨਾ ਰਸ ਰੂਪਾ, ਚਾਂਦੀ ਦਾ ਰਸ। ਕਾਮਨ ਰਸ ਸਾਡੀ ਇਸਤਰੀ, ਮੇਰੀ ਘਰ ਵਾਲੀ। ਰਸ ਕਾਮਨ, ਰਸ ਪਰਮਲ ਕੀ ਵਾਸ, ਸੈਂਟਾਂ ਦਾ ਰਸ, ਸੈਂਟ ਛਿੜਕਦੇ ਆ, ਖੁਸ਼ਬੂਆਂ ਛਿੜਕਦੇ ਆ। ਰਸ ਘੋੜੇ ਦਾ ਸੇਜਾ ਮੰਦਰ, ਘੋੜਿਆਂ ਦਾ ਰਸ, ਗੱਡੀਆਂ ਦਾ ਰਸ, ਸੋਹਣੀਆਂ ਕੋਠੀਆਂ ਦੇ ਵਿੱਚ, ਸੋਹਣੇ ਮਹਿਲਾਂ ਦੇ ਵਿੱਚ, ਬੈਡਾਂ ਦਾ ਰਸ। ਸਾਡੀ ਕੀਮਤੀ ਕੋਠੀ ਆ, ਵਿੱਚ ਬਹੁਤ ਕੀਮਤੀ ਪਲੰਘ ਲਾਇਆ ਬਈ, ਲੱਖ ਰੁਪਏ ਦਾ ਬਣਿਆ, ਚੰਦਨ ਦਾ ਬਣਾਇਆ। ਕੋਈ ਸਤਨਾਮ ਸ੍ਰੀ। ਮੁੰਡੇ ਦੇ ਵਿਆਹ 'ਚ ਬਣਾਇਆ ਸੀ। ਰਸ ਘੋੜੇ ਦਾ ਸੇਜਾ ਮੰਦਰ, ਰਸ ਮੀਠਾ ਰਸ ਮਾਸ,
ਮਿੱਠੇ ਦਾ ਰਸ, ਕੋਈ ਮਾਸ ਦਾ ਰਸ ਲੈਂਦਾ, ਕੋਈ ਸ਼ਰਾਬ ਦਾ ਰਸ ਲੈਂਦਾ, ਇੰਨੇ ਤਾਂ ਰਸ ਭਰੀ ਫਿਰਦਾ ਇਹਦੇ ਵਿੱਚ। ਦੱਸ ਕਿੱਥੇ ਰੱਖਾਂ ਨਾਮ ਦਾ ਰਸ? ਰਸ ਮੀਠਾ ਰਸ ਮਾਸ, ਇਤੇ ਰਸ ਸਰੀਰ ਕੇ ਕੈ ਘਟ। ਘਟ ਹੁੰਦਾ ਜਗ੍ਹਾ, ਘੜਾ ਥਾਂ, ਖਾਲੀ ਥਾਂ। ਕਹਿ ਘਟ ਨਾਮ ਨਿਵਾਸ, ਦੱਸ ਮੈਂ ਨਾਮ ਕਿੱਥੇ ਰੱਖਾਂ? ਇਹ ਸਾਰਾ ਕੁਝ ਘਰੇ ਰੱਖ ਕੇ ਆ, ਖਾਲੀ ਹੋ ਕੇ ਆ। ਜਿਨੀ ਹਉ ਮੈਂ ਮਾਰ ਪਛਾਣਿਆ, ਹਉ ਤਿਨ ਬਲਿਹਾਰੇ ਜਾਓ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮੈਂ ਬਲਿਹਾਰੇ ਜਾਵਾਂ ਉਹਨਾਂ ਤੋਂ ਜਿਨ੍ਹਾਂ ਨੇ ਇਹਨਾਂ ਵਿਕਾਰਾਂ ਨੂੰ ਕੱਢ ਕੇ ਗੁਰੂ ਕੋਲੇ ਆਉਣਾ ਕੀਤਾ ਨਿਮਰਤਾ ਸਹਿਤ। ਸਿੱਖ ਸੰਗਤਾਂ ਦੂਰੋਂ ਦੂਰੋਂ ਜਾਂਦੀਆਂ ਅੰਮ੍ਰਿਤਸਰ ਸਾਹਿਬ ਵਿਖੇ ਪੰਜਵੇਂ ਪਾਤਸ਼ਾਹ ਦੇ ਦਰਸ਼ਨਾਂ ਲਈ। ਔਰ ਪੰਜਵੇਂ ਪਾਤਸ਼ਾਹ ਜੀ ਕੀ ਕਰਦੇ ਆ? ਬਹੁਤ ਸਾਰੀਆਂ ਸੰਗਤਾਂ ਕਵੇਲੇ ਪਹੁੰਚਦੀਆਂ, ਰਾਤ ਨੂੰ ਸਰਾਂ ਦੇ ਵਿੱਚ ਰੁਕ ਜਾਂਦੀਆਂ। ਗੁਰੂ ਅਰਜਨ ਦੇਵ ਜੀ ਭੇਸ ਬਦਲ ਕੇ ਆ ਗਏ, ਕੱਪੜੇ ਸਿੰਪਲ ਜਿਹੇ ਪਾ ਕੇ, ਪਤਾ ਨਾ ਲੱਗੇ ਕੌਣ ਹੈ, ਮੜਾਸਾ ਜਿਹਾ ਬੰਨ੍ਹ ਲਿਆ। ਸੰਗਤਾਂ ਵਿੱਚ ਆ ਗਏ। ਬਾਪੂ ਕਿੱਥੋਂ ਆਏ ਹੋ? ਅਸੀਂ ਪੁੱਤ ਫਲਾਣੇ ਥਾਂ ਆਏ ਹਾਂ। ਨਾਲੇ ਹਾਏ ਹਾਏ ਕਰਦੇ ਆ, ਕਿਉਂ ਬਾਪੂ? ਲੱਤਾਂ ਦੁਖਣ ਲੱਗ ਗਈਆਂ। ਲਿਆ ਮੈਂ ਘੁੱਟਦੇ ਆ। ਕਹੋ ਸਤਨਾਮ ਸ੍ਰੀ। ਬੈਠ ਕੇ ਲੱਤਾਂ ਘੁੱਟਣ ਲੱਗ ਪਏ ਬਜ਼ੁਰਗਾਂ ਦੀਆਂ, ਜਿਹੜੇ ਥੱਕੇ ਹੋਏ ਸੀ ਵਿਚਾਰੇ। ਔਰ ਘਰੇ ਮਾਤਾ ਗੰਗਾ ਨੂੰ ਕਹਿੰਦੇ ਰੌਲਾ ਨਹੀਂ ਪਾਉਣਾ, ਕਿ ਪ੍ਰਸ਼ਾਦੇ ਬਣਾ ਦੇ। ਪ੍ਰਸ਼ਾਦਾ ਹੈ ਨਹੀਂ, ਸੰਗਤ ਨੂੰ ਛਕਾ ਦਈਏ। ਰਾਤ ਨੂੰ ਪ੍ਰਸ਼ਾਦਾ ਛਕਾਦਾ। ਉਹ ਤੜਕੇ ਸਾਰੀ ਸੰਗਤ ਕਹਿੰਦੀ ਚਲੋ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਚੱਲੀਏ। ਬਾਬਾ ਬੁੱਢਾ ਜੀ ਨੂੰ ਪਤਾ ਸੀਗਾ ਵੀ ਗੁਰੂ ਅਰਜਨ ਦੇਵ ਜੀ ਏਦਾਂ ਕਰਦੇ ਆ ਸੇਵਾ, ਨਹੀਂ ਤਾਂ ਦੁਨੀਆ ਕਰਨੀ ਨਹੀਂ ਦਿੰਦੀ। ਗੁਰੂ ਸਾਹਿਬ ਕਹਿੰਦੇ ਮੈਂ ਵੀ ਤਾਂ ਕਰਨੀ ਆ, ਜੀ ਤੁਸੀਂ ਕਰਨੀ ਆ ਤਾਂ। ਔਰ ਸੰਗਤ ਇਕੱਠੀ ਹੋ ਕੇ ਆ ਗਈ ਦਰਬਾਰ ਸਾਹਿਬ ਵੱਲ ਦਰਸ਼ਨ ਕਰਨ ਵਾਸਤੇ। ਤੇ ਉੱਥੇ ਸਿੱਖਾਂ ਨੂੰ ਪੁੱਛਦੀ ਹੈ ਗੁਰੂ ਪਾਤਸ਼ਾਹ ਕਿੱਥੇ ਆ? ਮੂਹਰੇ ਬਾਬਾ ਬੁੱਢਾ ਜੀ ਕਹਿੰਦੇ ਕਿਉਂ ਭਾਈ? ਉਹ ਸੰਗਤ ਉੱਥੇ ਜੋੜੇ ਲਾ ਰਹੀ ਆ ਤੇ ਗੁਰੂ ਅਰਜਨ ਦੇਵ ਜੀ ਉਹਨਾਂ ਜੋੜੇ ਨਾ ਸੈੱਟ ਕਰਕੇ ਰੱਖ ਰਹੇ ਆ, ਚੱਕ ਚੱਕ ਕੇ। ਕੋ ਸਤਨਾਮ ਸ੍ਰੀ। ਉਹ ਸੰਗਤ ਪੁੱਛਦੀ ਆ ਹਰਿਮੰਦਰ ਸਾਹਿਬ 'ਚ ਬੈਠੇ ਗੁਰੂ ਅਰਜਨ ਦੇਵ ਦਰਸ਼ਨ ਕਰਨੇ ਨੇ, ਉਹ ਕਿੱਥੇ ਨੇ? ਬਾਬਾ ਬੁੱਢਾ ਜੀ ਕਹਿੰਦੇ ਉਹ ਤਾਂ ਤੁਹਾਡੇ ਜੋੜੇ ਸੈੱਟ ਕਰਦੇ ਫਿਰਦੇ ਆ। ਕੋ ਸਤਨਾਮ ਸ੍ਰੀ। ਤੁਹਾਡੇ ਜੋੜੇ ਸੰਭਾਲਦੇ ਫਿਰਦੇ ਆ। ਸੰਗਤ ਕਹਿੰਦੀ ਮਹਾਰਾਜ ਤੁਸੀਂ ਇੱਥੇ, ਅਸੀਂ ਤੁਹਾਨੂੰ ਗੁਰੂ ਮੰਨ ਕੇ ਦਰਸ਼ਨਾਂ ਲਈ ਆਏ ਹਾਂ, ਤੁਸੀਂ ਸਾਡੇ ਜੋੜੇ ਚੱਕਦੇ ਫਿਰਦੇ ਹੋ। ਕਹਿੰਦੇ ਮੈਂ ਦੇਖਦਾ ਸੀ ਕੋਈ ਗੁਰੂ ਨਾਨਕ ਦਾ ਜੋੜਾ ਲੱਭ ਜੇ ਨਾ ਚਾਹੋ। ਕੋ ਸਤਨਾਮ ਸ੍ਰੀ। ਮੈਂ ਤਾਂ ਗੁਰੂ ਨਾਨਕ ਦੇ ਜੋੜੇ ਸੰਭਾਲਦਾ ਫਿਰਦਾ। ਭਾਵ ਵਿੱਚ ਸੰਗਤ ਹਰ ਪ੍ਰਭ, ਕੱਲਾ ਕਹਿਣ ਮਾਤਰ ਨਹੀਂ, ਕਰਕੇ ਵੀ ਦੇਖਿਆ ਪ੍ਰੈਕਟੀਕਲ ਦੇ ਵਿੱਚ। ਕੋ ਸਤਨਾਮ ਸ੍ਰੀ। ਕਰਕੇ ਵੀ ਦੇਖਿਆ। ਜਿੰਨੀ ਹਉਮੈ ਮਾਰ ਪਛਾਣਿਆ, ਹਉ ਤਿਨ ਬਲਿਹਾਰੇ ਜਾਓ। ਪਰ ਹੁਣ ਥੋੜੀ ਦੂਜੇ ਪਾਸੇ ਪਾਤਸ਼ਾਹ ਨਿਗਾਹ ਮਾਰਦੇ ਐ। ਮਨ ਮੁਖ ਸੱਚ ਨ ਜਾਣਣੀ, ਤਿਨ ਠੌਰ ਨ ਕਤਹੂ ਥਾਉ। ਭਾਈ ਜਿਨ੍ਹਾਂ ਨੇ ਸੱਚ ਨੂੰ ਨਹੀਂ ਨਾ ਸਮਝਿਆ, ਮਨ ਦੇ ਮਗਰ ਲੱਗ ਕੇ, ਮਨ ਮੁਖ, ਮਨ ਨੂੰ ਮੂਹਰੇ ਲਾ ਕੇ ਆਪ ਉਹਦੇ ਮਗਰ ਲੱਗਣਾ। ਜਿਨ੍ਹਾਂ ਨੇ ਇਸ ਗੱਲ ਨੂੰ ਨਹੀਂ ਸਮਝਿਆ, ਸੱਚ ਨੂੰ ਨਹੀਂ ਸਮਝਿਆ, ਮਨੁੱਖਾ ਜੀਵਨ ਨੂੰ ਨਹੀਂ ਸਮਝਿਆ, ਕੀ ਲੈਣ ਆਇਆ ਇਹ ਨਹੀਂ ਕੀਤਾ, ਉਹਨਾਂ ਨੂੰ ਕਿਤੇ ਟਿਕਾਣਾ ਨਹੀਂ ਮਿਲਣਾ। ਸਿੱਖੋ ਮਨ ਮੁਖ ਸੱਚ ਨਾ ਜਾਣਨੀ, ਤਿਨ ਠੌਰ ਨਾ ਕਤਹੂ ਥਾਉ। ਬਸ ਇੰਨਾ ਹੀ ਬਹੁਤ ਆ। ਚੋਟ ਮਾਰੀ ਆ ਪਾਤਸ਼ਾਹ ਨੇ। ਜਿਹੜੇ ਗੱਲ ਨਹੀਂ ਸਮਝਦੇ ਉਹਨਾਂ ਵਾਸਤੇ, ਜਿਨ੍ਹਾਂ ਨੇ ਗੱਲ ਨਹੀਂ ਸਮਝਿਆ ਉਹਨੂੰ ਕਿਤੇ ਟਿਕਾਣਾ ਨਹੀਂ ਮਿਲਣਾ। ਆਓ ਸੱਚ ਖਾਣਾ, ਸੱਚ ਪਹਿਨਣਾ, ਸੱਚੇ ਹੀ ਵਿੱਚ ਵਾਸ। ਆਓ ਸੱਚ ਨਾਲ ਜੁੜੀਏ। ਸੱਚ ਖਾਣਾ ਕੀ ਹੈ? ਦਸਾਂ ਨੌਹਾਂ ਦੀ ਕਿਰਤ ਕਰਨੀ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਰੱਬ ਦੇ ਰਸਤੇ ਨੂੰ ਉਹੀ ਜਾਣ ਸਕਦਾ ਜਿਹੜਾ ਦਸਾਂ ਨੌਹਾਂ ਦੀ ਕਿਰਤ ਕਰਕੇ ਖਾਂਦਾ ਹੈ, ਕੁਝ ਲੋੜਵੰਦਾਂ ਦੀ ਮਦਦ ਵੀ ਕਰਦਾ ਹੈ। ਪ੍ਰੀਤਮ ਜੀ ਕਹਿੰਦੇ ਸੱਚ ਖਾਣਾ, ਸੱਚ ਪਹਿਨਣਾ, ਸੱਚੇ ਹੀ ਵਿੱਚ ਵਾਸ। ਜੋ ਵੀ ਹੈ ਆਪਣੇ ਦਸਾਂ ਨੌਹਾਂ ਦੀ ਕਿਰਤ ਦਾ ਖਾਓ ਪੀਓ ਤੇ ਪਹਿਨੋ। ਭਗਤ ਜਨਾ ਕਾ ਲੋਗਰਾ ਓੜ ਨਗਰ ਨਾ ਹੋਈ। ਸਾਕਤ ਮਨਮੁਖ ਠੱਗ ਚੋਰ ਲੁਟੇਰਾ, ਉਹਦੇ ਘਰ 'ਚ ਐਸ਼ ਤਾਂ ਬਹੁਤ ਦਿਸੂਗੀ ਤੁਹਾਨੂੰ, ਮੋਟੀ ਜੀ ਅੱਖ ਨਾਲ ਚੋਰੀ ਠੱਗੀ ਮਾਰ ਕੇ ਬੜੀ ਐਸ਼ ਬਣਾਈ ਹੋਊਗੀ, ਘਰੇ ਏਸੀ ਵਗੈਰਾ ਲਾਏ ਹੋਣਗੇ, ਪਰ ਉਹਨੂੰ ਰਾਤ ਨੂੰ ਸ਼ਾਂਤੀ ਨਹੀਂ ਆਉਣੀ। ਉੱਥੇ ਕੋ ਸਤਨਾਮ ਸ੍ਰੀ। ਉਹਦੀ ਸ਼ਾਂਤੀ ਨਹੀਂ ਆਉਣੀ।
ਸਾਕਤ ਸਿਰਪੋ ਰੇਸ਼ਮੀ, ਸਾਕਤਾਂ ਦੇ ਸਰੋਪੇ ਰੇਸ਼ਮੀ ਕੱਪੜੇ, ਰੇਸ਼ਮੀ ਵਸਤਰ। ਪਹਿਰਤ ਪੱਤ ਖੋਈ, ਉਹਨਾਂ ਦੀ ਇੱਜ਼ਤ ਨਹੀਂ ਰਹਿਣੀ ਦਰਗਾਹ 'ਚ। ਭਗਤ ਜਨਾ ਕਾ ਲੂਗਰਾ, ਲੂਗਰਾ ਹੁੰਦਾ ਕੰਬਲ, ਕੋਈ ਸਿੰਪਲ ਕੱਪੜਾ, ਕੋਈ ਚਾਦਰ, ਕੋਈ ਸਰੋਪਾ। ਭਗਤ ਜਨਾ ਕਾ ਲੂਗਰਾ ਓੜ, ਨਗਰ ਨਾ ਹੋਈ ਤੇਰੀ ਇੱਥੇ ਵੀ ਇੱਜ਼ਤ ਤੇ ਉੱਥੇ ਵੀ ਇੱਜ਼ਤ ਰਹਿਣੀ ਆ। ਕੋ ਸਤਨਾਮ ਸੀ। ਪ੍ਰੀਤਮ ਜੀ ਕਹਿੰਦੇ ਆਓ ਸੱਚ ਦੀ ਕਿਰਤ ਕਰੀਏ, ਸੱਚ ਖਾਣਾ, ਸੱਚ ਪਹਿਨਣਾ, ਸੱਚੇ ਹੀ ਵਿੱਚ ਵਾਸ, ਹਮੇਸ਼ਾ ਸੱਚ ਤੇ ਰਹੀਏ, ਸੱਚ ਬੋਲੀਏ, ਸੱਚ ਵਿੱਚ ਵਾਸਾ ਕਰੀਏ, ਸਦਾ ਸੱਚਾ ਸਲਾਹਣਾ, ਸੱਚੇ ਸ਼ਬਦ ਨਿਵਾਸ। ਹਮੇਸ਼ਾ ਸਿਫਤ ਵੀ ਉਹਦੀ ਕਰੋ। ਲੋਕਾਂ ਨਾ ਸਲਾਹੇ ਜੋ ਮਰਵੰਜ ਸੀ, ਇਹਨਾਂ ਲੋਕਾਂ ਨੂੰ ਕੀ ਸਲਾਹੁਣਾ, ਇਹਨਾਂ ਨੇ ਮਰ ਜਾਣਾ ਇੱਕ ਦਿਨ। ਦੁਨੀਆ ਨਾ ਸਲਾਹੇ ਜੋ ਮਰਵੰਜ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ। ਇਹ ਸਭ ਮਿੱਟੀ ਆ, ਇਹਨਾਂ ਨੂੰ ਕੀ ਸਲਾਹੁਣਾ। ਵਾਹ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਏ। ਉਸ ਅਕਾਲ ਪੁਰਖ ਨੂੰ ਸਿਮਰੀਏ ਜਿਹੜਾ ਸਦਾ ਰਹਿਣ ਵਾਲਾ, ਦੁਨੀਆ ਨੂੰ ਕੀ ਸਲਾਹੁਣਾ। ਮੇਰੇ ਪ੍ਰੀਤਮ ਜੀ ਕਹਿੰਦੇ ਆਓ ਸੱਚ ਸੱਚਾ ਸਲਾਹਣਾ, ਉਹਦੀ ਸਿਫਤ ਕਰੀਏ ਤੇ ਉਹਦੀ ਸਿਫਤ ਕਰਦੇ ਕਰਦੇ ਸੱਚੇ ਸ਼ਬਦ ਨਿਵਾਸ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਸੱਚ ਨਾਲ ਚਲਦਿਆਂ ਚਲਦਿਆਂ ਥੱਲਿਓ ਸੱਚ ਸ਼ੁਰੂ ਕਰਨਾ ਪੈਣਾ। ਫੋਨ ਕਰਦਿਆਂ ਵੀ ਕੋਈ ਪੁੱਛਦਾ ਕਿੱਥੇ ਆ ਤੇ ਸਹੀ ਟਿਕਾਣਾ ਦੱਸੋ, ਪਰ ਅਸੀਂ ਤਾਂ ਫਿਰਦੇ ਕਿਤੇ ਹੋਰ ਹੁੰਦੇ ਆ, ਦੱਸਦੇ ਕਿਤੇ ਹੋਰ ਆ। ਇੱਥੋਂ ਹੀ ਤਾਂ ਸੱਚ ਨੂੰ ਸ਼ੁਰੂ ਕਰਨਾ ਪੈਣਾ ਥੱਲਿਓ। ਪਰਿਵਾਰ ਨੂੰ ਵੀ ਸੱਚ ਬੋਲਣਾ ਪੈਣਾ, ਇੱਥੋਂ ਥੱਲਿਓ ਸੱਚ ਨੂੰ ਸ਼ੁਰੂ ਕਰਾਂਗੇ, ਫਿਰ ਸਾਰੇ ਕੰਮਾਂ ਵਿੱਚ ਸੱਚ ਆ ਜਾਊਗਾ। ਫਿਰ ਅਖੀਰ ਤੇ ਮਰਦੇ ਹੋਏ ਸੱਚ ਵਿੱਚ ਵੀ ਸਮਾ ਜਾਵਾਂਗੇ। ਜਦ ਅਸੀਂ ਝੂਠ ਹੀ ਬੋਲਦੇ ਰਹਾਂਗੇ ਤੇ ਫਿਰ ਹਰੇਕ ਥਾਂ ਤੇ ਝੂਠ ਬੋਲਣ ਦੀ ਆਦਤ ਪੈ ਜਾਊਗੀ। ਕਹੋ ਸਤਨਾਮ। ਹੁਣ ਸੱਚ ਦੀ ਆਦਤ ਪਾਉਣੀ ਆ, ਥੱਲਿਓ ਸੱਚ ਸ਼ੁਰੂ ਕਰਨਾ ਹੈ। ਜੇ ਫੋਨ ਤੇ ਵੀ ਕੋਈ ਪੁੱਛੇ ਕਿੱਥੇ ਹੋ ਤਾਂ ਉੱਥੇ ਹੀ ਦੱਸੋ ਜਿੱਥੇ ਖੜੇ ਹੋ। ਕਹੋ ਸਤਨਾਮ ਸ੍ਰੀ। ਇੱਥੋਂ ਸ਼ੁਰੂ ਕਰਨਾ ਪੈਣਾ, ਗਰਾਊਂਡ ਲੈਵਲ ਤੋਂ। ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਸਦਾ ਸੱਚਾ ਸਲਾਹਣਾ, ਸੱਚੇ ਸ਼ਬਦ ਨਿਵਾਸ। ਸਭ ਆਤਮ ਰਾਮ ਪਛਾਣਿਆ, ਗੁਰਮਤੀ ਨਿਜ ਘਰ ਵਾਸ। ਸਾਰਿਆਂ ਵਿੱਚ ਪਰਮੇਸ਼ਰ ਦੀ ਆਤਮਾ ਨੂੰ ਜਾਣਨਾ ਕਰੋ। ਗੁਰੂ ਦੀ ਮੱਤ ਲੈ ਕੇ ਆਪਦੇ ਘਰੇ ਜਾਓ। ਕਿੱਥੋਂ ਆਏ ਆ ਭਲਾ? ਜਿੱਥੋਂ ਨਿਕਲੇ ਆ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਕਾਲੇ ਦੇਹ ਸੰਜਰੀਆ। ਆਓ ਉਸ ਪਰਮੇਸ਼ਰ ਵੱਲ ਚੱਲੀਏ। ਸੱਚ ਵੇਖਣ, ਸੱਚ ਬੋਲਣਾ। ਅੱਖਾਂ ਦੇ ਨਾਲ ਸੱਚ ਵੇਖੋ, ਜੀਵ ਨਾਲ ਸੱਚ ਬੋਲੋ। ਤਨ ਮਨ ਸੱਚਾ ਹੋਏ, ਫਿਰ ਤਨ ਵੀ ਸੱਚਾ ਹੋ ਜੂ, ਮਨ ਵੀ ਸੱਚਾ ਹੋ ਜੂ। ਸੱਚੀ ਸਾਖੀ ਉਪਦੇਸ਼ ਸੱਚ। ਫਿਰ ਕਹਿੰਦੇ ਸੱਚ ਦਾ ਉਪਦੇਸ਼ ਪ੍ਰਾਪਤ ਕਰੋ। ਉਹ ਸੱਚੇ ਨੂੰ ਸਾਖੀ ਬਣਾਓ, ਭਾਵ ਆਪਣਾ ਮਦਦਗਾਰ ਬਣਾਓ। ਮਿਹਰਬਾਨ ਸਹਿ ਮਿਹਰਬਾਨ ਸਹਿ ਮੇਰਾ, ਸਦਾ ਸਹਿ ਮੇਰਾ ਮਿਹਰਬਾਨ ਜੀ। ਸਗਲ ਕੋ ਦੇ ਦਾਨ, ਤੂੰ ਕਾਹੇ ਡੋਲੇ ਪ੍ਰਾਣੀਆਂ ਤੋਂ ਰਾਖੇਗਾ ਸਿਰਜਣਹਾਰ। ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਉਹਨੂੰ ਆਪਣਾ ਸਾਖੀ ਮਿੱਤਰ ਬਣਾਓ। ਸੱਚੀ ਸਾਖੀ ਉਪਦੇਸ਼ ਸੱਚੇ ਸੱਚੀ ਸੋਏ। ਪਰ ਯਾਦ ਰੱਖਿਓ, ਜੇ ਸੱਚ ਨਾ ਜ਼ਿੰਦਗੀ 'ਚ ਲਿਆਂਦਾ ਤੇ ਫਿਰ ਇੱਕ ਚੋਟ ਸਤਿਗੁਰ ਦੀ ਬੜੀ ਤਕੜੀ ਲੱਗਦੀ ਆ। ਜਿੰਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ। ਉਹ ਦੁਨੀਆ ਵਿੱਚੋਂ ਦੁਖੀ ਹੋ ਕੇ ਰੋਂਦੇ ਗਏ ਨੇ ਜਿਨ੍ਹਾਂ ਨੇ ਸੱਚ ਦਾ ਸਾਥ ਨਹੀਂ ਲਿਆ। ਜਿਹੜੇ ਝੂਠ ਦੇ ਨਾਲ ਖੜੇ ਉਹਨਾਂ ਨੂੰ ਅਖੀਰ ਪਛਤਾਉਣਾ ਪੈਂਦਾ। ਜਿਹੜੀ ਝੂਠੀ ਰਾਜਨੀਤੀ ਨਾਲ ਖੜਨਾ ਜਾਂ ਝੂਠ ਬੋਲਣਾ, ਭਾਵ ਜੋ ਵੀ ਝੂਠ ਦਾ ਸਾਥ ਦਿੰਦੇ ਨੇ। ਇੱਕ ਮਲੇਰਕੋਟਲੇ ਰਾਜੇ ਨੇ ਵਜੀਦੇ ਦਾ ਸਾਥ ਨਹੀਂ ਦਿੱਤਾ, ਉਹਨੂੰ ਸਤਿਕਾਰ ਮਿਲ ਗਿਆ 10ਵੇਂ ਪਾਤਸ਼ਾਹ ਵੱਲੋਂ। ਕਹਿੰਦੇ ਜਾ ਤੇਰਾ ਰਾਜ ਸਦਾ ਰਹੂਗਾ। ਉਹਦਾ ਹਜੇ ਵੀ ਸੂਬਾ ਜਿਹੜਾ ਮਲੇਰਕੋਟਲਾ ਦਾ ਸ਼ਹਿਰ ਹੈ ਜਿੱਥੇ ਉਹ ਰਾਜ ਕਰਦਾ ਸੀਗਾ, ਉਹ ਕਾਇਮ ਹੈ। 84 ਵੇਲੇ ਵੀ ਉੱਥੇ ਕੋਈ ਹਮਲਾ ਨਹੀਂ ਹੋਇਆ, 47 ਵੇਲੇ ਵੀ ਉੱਥੇ ਕੋਈ ਹਮਲਾ ਨਹੀਂ ਹੋਇਆ। ਕੋਈ ਸਤਨਾਮ ਸ੍ਰੀ। ਕਮਾਲ ਦੀ ਗੱਲ ਹੈ। ਸਕੇਤ ਮੰਡੀ, ਮੈਂ ਕੱਲ ਪਰਸੋਂ ਸਾਖੀ ਪੜ੍ਹੀ ਇਤਿਹਾਸ ਦੀ ਸ਼ਾਮ ਦੀ ਕਥਾ 'ਚ। ਸਕੇਤ ਮੰਡੀ ਦਾ ਰਾਜਾ ਜਦੋਂ ਪਾਤਸ਼ਾਹ ਉੱਥੇ ਵਿਚਾਰਾਂ ਦੱਸ ਰਹੇ ਨੇ ਕਿ ਐਦਾਂ ਸੰਸਾਰ ਨੇ ਖਤਮ ਹੋ ਜਾਣਾ, ਸਕੇਤ ਬੜਾ ਕਹਿੰਦਾ ਮੈਨੂੰ ਤਾਂ ਬਚਾ ਲਓ। ਕਹਿੰਦੇ ਘੜਾ ਚੱਕ ਕੇ ਲਿਆ, ਦੇਖਦੇ ਆ ਬਚਦਾ ਕਿ ਨਹੀਂ। ਘੜਾ ਚੱਕ ਲਿਆਂਦਾ ਸਿੱਖਾਂ ਨੇ ਖਾਲੀ। ਕਹਿੰਦੇ ਨਦੀ ਛੱਡ ਦਿਓ।
नदी भी छड़ता। सिखां नूं कहण लगे, एक सिख नूं कहंदे इहदे गोलियां मारो। गोलियां बहुत मारियां सिखां ने बंदूक नाल, पर घड़ा फुटिया ही ना। कहो सतनाम श्री। पातशाह ने चक ली बंदूक, पातशाह जी ने भी गोली छड्डी, पर पातशाह गोली घड़ा मुद्दा हो गया, फुटिया फिर ना। पातशाह कहते जैसे रही हमारी हांडी तैसे रहेगी तेरी मांडी। कहो सतनाम श्री। और राजा रणजीत सिंह जी दे राज तक सकेत मंडी, राजे दे राज ते कोई हमला नहीं किया किसी ने भी। भाई गुरु साहब के बचन है। कहो सतनाम श्री। खैर आप समाप्ति इत्थे करते हैं। चार परियां दी विचार होई रहिंदे, चार पर विचार फिर करांगे। गुरु कृपा करना। जिन्नी सच विसारिया से दुखीए चले रोए, सतगुर जिन्नी ना सेवे उसे किते आए संसार। असी लैन की आए हैं जे गुरु की सेवा सिमर नहीं करना। जमदर बद्धे मारिया कोक ना सुने पुकार, तैनूं उत्थे कोई छड़ाउण वाला नहीं होना। जिन्हां दे पिछे अज सारे झूठ बोलते हैं ना, जिन्हां ने झूठ का साथ दिंदे है, चाहे राजनीति का चाहे सरकारां दा, उन्होंने इन्हों ने जाके जमदूतां तो छड़ाउणा नहीं हैगा भी छड़ दिओ साडे नाल सी इह। को सतनाम सी। किसी ने नहीं छड़ाउणा गा। जमदर बद्धे मारिया कोक न सुने पुकार, बिरथा जन्म गवाया मर जम्मै वारो वार। अगले शब्दां दे विचार आपां अगले दीवाना भी श्रवण करांगे। जदों गुरु कृपा करन बोलदे हैं अखर बाद कट हो जांदे। सिख संगतां ते सतगुरु बख्शण योग है, बख्श लेना जी। समाप्ति करिए। मिलाओ फतेह पाओ फतेह। वाहिगुरू जी का खालसा, वाहिगुरू जी की फतेह। वाहिगुरू।